बिस्मिल्लाहिर्रहमानिर्रहीम अस्सलाम वालेकुम। तुसी भी वेंदे जे तारीख ते मबनी प्रोग्राम जवानी 1947। साडा इस प्रोग्राम शुरू करने का मकसद पिंडां दी आबादकारी ते जेह्ड़े लोग हिंदुस्तान पाकिस्तान दे जुदा होने तो बाद यानी पाकिस्तान बनने तो बाद हिजरत करके पाकिस्तान विच आए सन उन्हां दे आन दे हालात तुहानूं दसना वे, क्योंकि नई नस्ल नूं शायद वो इलम ना होवे या कह लो कि असी कोशिश कर रहे हैं कि असी कलैक्टिवली लोगों को जितों तक हो सके इलम हासिल करिए करके ताकि नई नस्ल नूं अपने दोस्तां नूं यारां नूं असी दसीए कि पाकिस्तान किवें बनिया सी। वीडियो की शक्ल दे विच उन्हां दी ज़बानी गल्लां सुनने आ। अज असी गल करांगे पिंड दे हवाले नाल जिहड़ा कि चहूर कोटली चक नंबर 117 तहसील सांगला हिल जिला ननकाना साहब। मेरे नाल दा पिंड चहूर मुगलिया उहदा भी चक नंबर 117 में, इस पिंड का चक नंबर भी 117 में। दोवां दा चक नंबर 117 क्यों? फिर शहर सांगला हिल वाले सारे जानते होंगे कि एक झूर ने झूर फकीर मोहम्मद भी है वे, झूर मुस्लिम भी है, झूर सिखा भी है, पुराना झूर भी है और होर कई नाम ऐसे है ने जेह्ड़े झूर तो मशहूर ने। किन्ने झूर ने, झूर क्यों बनया, झूर कित्थों आए, ये पिंड किदों वसे, कौन लैके आए सन ते वक् वक् होण दियां जेह्ड़ियां गल्लां ने अज असीं करांगे। अज दे साडे जेह्ड़े मुअज़्ज़ज़ मेहमान ने उम्र के लिहाज नाल ते बहुत घट ने, उम्र थोड़ी है हले बिल्कुल जवान ने, लेकिन तारीख के उपर बहुत ज़्यादा गिरफ्त रखते हैं। उन्होंने ये गल्लां किन्ना कोल सिखियां किन्ना कोल सुनियां, अज सारा कुछ असीं जानांगे। सरजमीन चहूर कोटली के नंबरदार उन्होंने साहबजादे चौधरी आमर अनवर वैंस नंबरदार साहब, अज उन्होंने गल करने ते उन्होंने को तारीख के हवाले पुछने। जी चौधरी साहब अस्सलाम वालेकुम। वालेकुम अस्सलाम। चौधरी साहब जिहड़ा असी अज प्रोग्राम लैके अज शुरू आए हैं तुहाडे कोल, सर असल मकसद हैगा भी जानना कि चहूर कोटली क्यों में, चहूर ते कोटली दो अलग अलग क्यों ने, फिर चहूर मुगलियां, फिर ये सारे जिहड़े हैगे ने चहूर के बारे च असीं तुहाडे कोल थोड़ा जानना चाहते हैं। जी जनाब ये गल इस तरह है कि 1890 दे विच तकरीबन 1890 दे विच ਇਹ ਜਿਹੜਾ ਇਲਾਕਾ ਸਾਡਾ ਸਾਰਾ सांगला हिल तहसील ਦਾ ਇਹ सांदल बार ਦਾ ਇਲਾਕਾ ਸੀ, ਜਿਹਨੂੰ ਅਸੀਂ ਦੁੱਲੇ ਦੀ ਬਾਰ ਵੀ ਕਹਿੰਦੇ ਆ। ਇਹ ਉਹ ਇਲਾਕਾ ਵੇ। ਇਸ ਤੋਂ ਪਹਿਲਾਂ ਇਹ ਸਾਰਾ ਜਿਹੜਾ ਵਾ ਨਾ ਇਹ ਜੰਗਲ ਸੀ। ਅੱਛਾ ਜੰਗਲ ਸੀ। ਕੁਛ ਇੱਥੇ ਆਬਾਦੀਆਂ ਪੁਰਾਣੀਆਂ ਜਿਹੜੀਆਂ ਨੂੰ ਹੈ ਸਨ, ਜਿਸ ਤਰ੍ਹਾਂ ਕਿ ਕੱਚੇ ਮੜ ਨੇ ਜਿਹਨੂੰ ਮੜ ਛੜਕੀ ਮੜ ਗਰਬੀ ਇਹ ਕਹਿੰਦੇ ਨੇ, ਜਾਂ ਸ਼ਾਹਕੋਟ ਛੋਟਾ ਜਿਹਾ ਮਤਲਬ ਇਹ ਵੇ ਕਿ ਡੇਰਾ ਟੈਪ ਜਾਂ ਛੋਟਾ ਜਿਹਾ ਪਿੰਡ ਟੈਪ ਹੈ ਸੀ। 1800 ਤਕਰੀਬਨ 88-90 ਦੇ ਵਿੱਚ ਗੋਰੇ ਨੇ ਸਿਆਲਕੋਟ ਦੇ ਲੋਕਾਂ ਦੀ ਆਬਾਦਕਾਰੀ ਇੱਥੋਂ ਸ਼ੁਰੂ ਕੀਤੀ। ਇਸੇ ਤਰ੍ਹਾਂ ਹੀ ਇਹ ਜਿਹੜੇ ਝੂਰ ਕੋਟਲੀ ਵਾਲੇ ਲੋਕ ਨੇ ਇਹ ਪਿੱਛੇ ਥਰੋ ਮੰਡੀ ਦੇ ਲਾਗੇ ਚਹੂਰ ਤੇ ਕੋਟਲੀ ਵਿੱਚੋਂ ਦੀ ਡੇਕ ਲੰਘਦੀ ਹੈ, ਇੱਧਰਲੀ ਸਾਈਡ ਤੇ ਝੂਰ, ਇੱਧਰਲੀ ਸਾਈਡ ਤੇ ਕੋਟਲੀ ਹੈ। ਇਹਨਾਂ ਲੋਕਾਂ ਨੂੰ ਇਸ ਇਲਾਕੇ ਦੇ ਵਿੱਚ ਜ਼ਮੀਨਾਂ ਆਬਾਦ ਹੋਈਆਂ, 2-2 ਮਰਬੇ, ਕਿਸੇ ਨੂੰ ਮਰਬਾ ਆਬਾਦ ਹੋਇਆ ਤੇ ਉਹਦੇ ਵਾਸਤੇ ਇਹ ਲੋਕ ਉਸ ਪਿਛਲਾ ਝੂਰ ਕੋਟਲੀ ਛੱਡ ਕੇ ਤੇ ਇੱਥੇ ਆ ਗਏ। ਜਿਸ ਟਾਈਮ ਇਹ ਲੋਕ ਇੱਥੇ ਆਉਂਦੇ ਨੇ ਤੇ ਇੱਥੇ ਆਣ ਕੇ ਤੇ ਇਹਨਾਂ ਨੇ सांगला हिल ਦੇ ਵਿੱਚ ਪੁਰਾਣਾ ਝੂਰ, ਇਹਨਾਂ ਨੇ ਪੁਰਾਣੇ ਝੂਰ ਵਿੱਚ ਆਣ ਕੇ ਡੇਰਾ ਲਾਇਆ, ਕਿਉਂਕਿ ਸਾਰਾ ਇਲਾਕਾ ਬੇਆਬਾਦ ਜੰਗਲ ਪਿਆ ਸੀ। ਉੱਥੇ ਡੇਰਾ ਲਾਉਣ ਤੋਂ ਬਾਅਦ ਜਿੱਥੇ ਜਿਨ੍ਹਾਂ ਦੀ ਜ਼ਮੀਨ ਅਲਾਟ ਸੀ ਉਹ ਲੋਕ ਉੱਥੇ ਚਲੇ ਗਏ। ਜਿਸ ਤਰ੍ਹਾਂ ਕਿ ਸਾਡੇ ਪਿੰਡ ਦੇ ਲੋਕ ਸਨ, ਇਹ ਪੁਰਾਣੇ ਉਸ ਝੂਰ ਤੋਂ ਉਹ ਉਹਨਾਂ ਦਾ ਆਰਜ਼ੀ ਇੱਕ ਪਿੰਡ ਸੀ, ਉੱਥੋਂ ਆਣ ਕੇ ਕੋਟਲੀ ਪਹਿਲਾਂ ਇਹ ਆਏ ਨੇ ਉਹ ਨਹਿਰ ਦੇ ਉੱਤੇ, ਜਿੱਥੋਂ ਮੜ ਬਲੋਚਾਂ ਰੋਡ ਤੋਂ ਨਹਿਰ ਨੂੰ ਨਹੀਂ ਪੱਕੀ ਸੜਕ ਚੜ੍ਹਦੀ, ਪਹਿਲਾਂ ਪਿੰਡ ਇਹਨਾਂ ਦਾ ਪ੍ਰੋਗਰਾਮ ਬਣਿਆ ਝੂਰ ਮੁਗਲੀਆਂ ਵਾਲਿਆਂ ਦਾ ਤੇ ਕੋਟਲੀ ਵਾਲਿਆਂ ਦਾ ਕਿ ਪਿੰਡ ਇੱਥੇ ਆਬਾਦ ਕਰੀਏ। ਪਰ ਕੁਛ ਇਹਨਾਂ ਦੇ ਵਿੱਚੋਂ ਬਜ਼ੁਰਗ ਕਹਿਣ ਲੱਗੇ ਕਿ ਕੁਛ ਨਿਆਣੇ ਜਿਹੜੇ ਨੂੰ ਨਹਿਰ ਵੀ ਡੁੱਬ ਕੇ ਮਰ ਜਾਣਗੇ, ਕੁਛ ਜਿਹੜੇ ਨੇ ਇੱਥੇ ਰੇਲ ਬਣਨੀ ਹੈ, ਰੇਲ ਤੇ ਰੇਲ ਲੈਣ ਥੱਲੇ ਆਣ ਕੇ ਮਰ ਜਾਏ ਤੇ ਪਿੰਡ, ਹਾਂਜੀ ਪਿੰਡ ਇੱਥੋਂ ਤੁਸੀਂ ਨਾ ਇੱਥੇ ਨਾ ਪਾਓ। ਫਿਰ ਇੱਥੇ ਆਣ ਕੇ ਪਿੰਡ ਬਣ ਗਿਆ। ਪਿੰਡ ਇੱਥੇ ਇਸ ਤਰ੍ਹਾਂ ਬਣਿਆ ਕਿ ਝੂਰ ਮੁਗਲੀਆਂ ਸਾਡਾ ਮਰਬਾ ਨੰਬਰ 22 ਹੈ, ਉੱਥੇ ਬਣਨਾ ਸੀ ਤੇ ਕੋਟਲੀ ਇਸ ਜਗ੍ਹਾ ਤੇ ਮਰਬਾ ਨੰਬਰ 25 ਦੇ ਵਿੱਚ। ਉਹਦਾ ਕਰਕੇ ਤੇ ਇਹ ਲੋਕ ਜਿਹੜੇ ਝੂਰ ਕੋਟਲੀ ਵਾਲੇ ਸਨ, ਇਹ ਸਨ ਸਿੱਖ। 3 ਖਾਨਦਾਨ ਵਿੱਚ ਕਾਲੂਆਂ ਦੇ ਮੁਸਲਮਾਨਾਂ ਦਾ ਬੇਸਿਕਲੀ ਪਿੰਡ ਨੇ ਕਾਲੂ ਬਰਾਦਰੀ ਦੇ। ਇੱਥੋਂ ਫਿਰ ਉਹ ਜਿਹੜੇ ਝੂਰ ਵਾਲੇ ਸਨ, ਕਿਉਂਕਿ ਉਹ ਮੁਸਲਮਾਨ ਸਨ, ਉਹਨਾਂ ਕਿਹਾ ਸਾਡਾ ਇਹਨਾਂ ਨਾਲ ਝਗੜਾ ਹੁੰਦਾ ਰਹੇਗਾ। ਉਹਨਾਂ ਝੂਰ ਮੁਗਲੀਆਂ ਵਾਲੀ ਜਗ੍ਹਾ ਤੇ ਜਾ ਕੇ ਤੇ ਆਪਣਾ ਪਿੰਡ ਜਿਹੜਾ ਨਾ ਉਹ ਖਾਲੀ ਇੱਕ ਮਰਬਾ ਸੀ, ਉਹਦੇ ਵਿੱਚ ਜਾ ਕੇ ਆਬਾਦ ਕਰ ਲਿਆ। ਉਹਦੇ ਵਿੱਚ ਕੁਛ ਇਹ ਵਜ੍ਹਾ ਸੀ ਮੁਸਲਮਾਨਾਂ ਤੇ ਸਿੱਖਾਂ ਵਾਲੀ, ਕੁਛ ਦੂਸਰੇ ਨੰਬਰ ਤੇ ਉਹਨਾਂ ਦੀ ਜ਼ਮੀਨ ਜ਼ਿਆਦਾ ਲੋਕਾਂ ਦੀ ਉੱਥੇ ਸੀ। ਠੀਕ ਹੋ ਗਿਆ। ਉਸ ਤੋਂ ਬਾਅਦ ਇਹ ਵੀ ਕਿ
3 ਖਾਨਦਾਨ ਨੇ ਜਿਹੜੇ ਨਹੀਂ ਉੱਥੇ ਜਾ ਸਕੇ, ਜ਼ਮੀਨਾਂ ਉਹਨੂੰ ਨਹੀਂ ਮਿਲੀਆਂ, ਉਹ ਫਿਰ ਐਸੇ ਕੋਟਲੀ ਦੇ ਵਿੱਚ ਹੀ ਆਬਾਦ ਹੋ ਗਏ। ਬਾਕੀ ਇੱਥੋਂ ਦਾ ਨੰਬਰਦਾਰ ਵੀ ਕਾਹਲੋਂ ਸੀ, ਸਾਰਾ ਪਿੰਡ ਹੀ ਕਾਹਲੋਂ ਦਾ ਸੀ ਤੇ ਸਾਰੇ ਸਿੱਖ ਸਨ। ਤੇ ਇਹਦੀ ਵਜ੍ਹਾ ਤੋਂ ਇਹਦਾ ਨਾਂ ਮਿਸਾਲ ਹੈ ਕਿ ਝੂਰ, ਪਿਛਲੀਆਂ ਝੂਰਾਂ ਦੀ ਵਜ੍ਹਾ ਤੋਂ ਝਹੂਰ ਕੋਟਲੀ, ਝਹੂਰ ਉਹ ਹੋ ਗਿਆ, ਕੋਟਲੀ ਇਹ ਹੋ ਗਿਆ। ਦੂਸਰੇ ਨੰਬਰ ਤੇ ਆ ਗਈ ਗੱਲ, ਅੱਗੇ ਆ ਗਿਆ ਝੂਰ ਫਕੀਰ ਮੁਹੰਮਦ ਵਾਲਾ। ਜੀ ਜੀ। ਇਹਨੂੰ ਝੂਰ ਫਕੀਰ ਮੁਹੰਮਦ ਵਾਲੇ ਨੂੰ ਕਿਸੇ ਦੌਰ ਦੇ ਵਿੱਚ ਫਤਿਹ ਮੁਹੰਮਦ ਦਾ ਵੀ ਝੂਰ ਕਹਿੰਦੇ ਰਹੇ ਨੇ। ਅੱਛਾ। ਸਹੀ ਇਹਦਾ ਨਾਂ ਜਿਹੜਾ ਝੂਰ ਮੁਸਲਮ ਹੈ, ਝੂਰ ਮੁਸਲਮ ਇਹਨਾਂ ਨੇ ਇਸ ਲਈ ਰੱਖਿਆ ਕਿ ਉਹ ਚੱਕ ਨੰਬਰ 118 ਵੇ ਜੀ, ਝੂਰ ਸਿੱਖਾਂ ਵਿੱਚ ਚੱਕ ਨੰਬਰ 118 ਸੀ ਜੀ। ਇਹਨਾਂ ਨੇ ਆਪਣੀ ਕੌਮ ਆਪਣੇ ਮਜ਼ਹਬ ਦਾ ਨਾਂ ਰੱਖਿਆ ਝੂਰ ਸਿੱਖਾਂ ਚੱਕ ਨੰਬਰ 118, ਉਹਨਾਂ ਨੇ ਝੂਰ ਮੁਸਲਮ ਦਾ ਚੱਕ ਨੰਬਰ 118 ਰੱਖਿਆ। ਇਹ ਜਿਹੜੇ ਨੇ ਨਾ ਮੁਗਲੀਆਂ ਦੇ ਝੂਰ ਵਾਲੇ, ਇਹ ਇੱਕ ਕੋਈ ਮੁਗਲ ਕਾਲੋਂ ਹੋਇਆ ਹੋਵੇ, ਉੱਥੋਂ ਇਹਦਾ ਨਾਂ ਤਬਦੀਲ ਹੋ ਕੇ ਮੁਗਲੀਆਂ ਦਾ ਝੂਰ ਪੈ ਗਿਆ। ਮੁਗਲ ਨਾਮ ਸੀ ਬੰਦੇ ਦਾ? ਉਹ ਬੰਦੇ ਦਾ ਕਾਲੋਂ ਸੀ, ਮੁਗਲ ਉਹਦਾ ਨਾਂ ਸੀ। ਅੱਛਾ। ਦੂਸਰੇ ਨੰਬਰ ਤੇ ਆ ਗਿਆ ਝੂਰ ਫਤਿਹ ਮੁਹੰਮਦ ਵਾਲਾ, ਉਹ ਮੁਗਲ ਦਾ ਭਰਾ ਫਤਿਹ ਮੁਹੰਮਦ ਸੀ, ਉਹਨੇ ਆਪਣਾ ਉਹਦੇ ਨਾਂ ਦਾ ਵੀ ਵੱਜਦਾ ਰਿਹਾ, ਪਰ ਬੇਸਿਕਲ ਉਹਦਾ ਸਹੀ ਨਾਂ ਜਿਹੜਾ ਝੂਰ ਮੁਸਲਮ ਹੈ। ਅੱਛਾ। ਇਹ ਜਨਾਬ ਸਾਡੀ ਸਿਆਲਕੋਟੀ ਬਾਦ ਹੈ, ਜਿਹੜੀ ਰਤੀਆਂ ਤੋਂ ਤੁਰਦੀ ਹੈ, ਤਕਰੀਬਨ ਚੱਕ ਝੁਮਰੇ ਤੱਕ ਜਾਂਦੀ ਹੈ। ਇਹ ਸਾਰੇ ਲੋਕ ਜਿੰਨੇ ਵੀ ਪਿੰਡ ਨੇ ਸਿਆਲਕੋਟੋਂ ਆਣ ਕੇ ਤੇ ਆਬਾਦ ਹੋਏ ਨੇ। ਇਹਨਾਂ ਪਿੰਡਾਂ ਦੀ ਮਿਸਾਲ ਭਰੋਕੀ ਹੈ, ਭਰੋਕੀ ਪਿੱਛੇ ਵੀ ਭਰੋਕੀ ਹੈ, ਘੜਤਲ ਪਿੱਛੇ ਵੀ ਘੜਤਲ ਹੈ, ਭਲੇਰ ਇਹ ਪਸਰੂਰ ਲਾਗੇ ਭਲੇਰ, ਇਹ ਬੱਦੋ ਮੱਲੀ ਹੈ, ਬੱਦੋ ਮੱਲੀ ਨਾਰੋਵਾਲ ਲਾਗੇ ਬੱਦੋ ਮੱਲੀ ਹੈ, ਨਾਰੰਗ ਮੰਡੀ ਦੇ ਲਾਗੇ। ਇਸ ਤਰ੍ਹਾਂ ਕਰਕੇ ਆ ਮਹਿਮਦ ਵਾਲੀ ਨੰਦੇ ਚੱਕ ਕੇ ਸਾਰੇ ਪਿੱਛੋਂ ਲੋਕ ਸਿਆਲਕੋਟੋਂ ਆਣ ਕੇ ਆਬਾਦ ਹੋਏ ਨੇ। ਗੋਰਿਆਂ ਤਕਰੀਬਨ 1890 ਦੇ ਵਿੱਚ ਇਹ ਬਾਰ ਜਿਹੜੀ ਆਬਾਦ ਕੀਤੀ ਹੈ। ਤੇ ਉਸ ਤੋਂ ਬਾਅਦ ਜਿਹੜੀ ਨਹਿਰੋਂ ਪਾਰ ਤੁਰ ਜਾਂਦੀ ਹੈ ਉਹ ਗੁਰਦਾਸਪੁਰੀ ਜ਼ੈਲ ਹੈ। ਉਹ ਸਾਰੇ ਲੋਕ ਜਿਹੜੇ ਨੇ ਗੁਰਦਾਸਪੁਰ ਤੋਂ ਲਿਆ ਕੇ ਤੇ ਉਹਨਾਂ ਨੇ ਆਬਾਦ ਕੀਤੇ ਨੇ। ਅੱਗੇ ਗੱਲ ਆ ਗਈ ਪੁਰਾਣੇ ਝੂਰ ਦੀ। ਪੁਰਾਣਾ ਝੂਰ ਮੈਂ ਤੁਹਾਨੂੰ ਅੱਗੇ ਵੀ ਦੱਸ ਚੁੱਕਿਆ ਹਾਂ ਕਿ ਪੁਰਾਣਾ ਝੂਰ ਜਿਹੜਾ ਵੇ ਇਹ ਇੱਥੇ ਸਾਰੇ ਚਾਰੇ ਝੂਰਾਂ ਵਾਲੇ ਲੋਕ ਜਿਹੜੇ ਨੇ ਇੱਥੇ ਆਣ ਕੇ ਉਹਨਾਂ ਨੇ ਪਹਿਲਾਂ ਆਪਣਾ ਬਸੇਰਾ ਕੀਤਾ। ਫਿਰ ਜਿਉਂ ਉਹਨਾਂ ਨੂੰ ਜ਼ਮੀਨਾਂ ਲਾਟ ਹੁੰਦੀਆਂ ਰਹੀਆਂ, ਜਿਹੜੇ ਉੱਥੇ ਜਾ ਕੇ ਤੇ ਉਹਨਾਂ ਨੇ ਆਪਣਾ ਪਿੰਡ ਜਿਹੜਾ ਇਹਨਾਂ ਨੇ ਆਪਣੇ ਪਿੰਡ ਬਣਾ ਲਏ। ਝੂਰ ਸਿੱਖਾਂ, ਝੂਰ ਕੋਟਲੀ, ਝੂਰ ਮੁਗਲੀਆਂ, ਝੂਰ ਫਕੀਰ ਮੁਹੰਮਦ ਵਾਲਾ, ਉਹ ਸਾਰੇ ਛੱਡ ਆਏ। ਉਹਦੇ ਨਾਲ ਜਿੰਨਾ ਰਕਬਾ ਵੇ ਉਹ ਸਾਰਾ ਜਿਹੜਾ ਵੇ ਹਜੇ ਵੀ ਉਹ ਝੂਰਾਂ ਦਾ ਹੀ ਹੈ। ਇਹਨਾਂ ਝੂਰਾਂ ਦੀ ਗੱਲ ਕਿਹੜੀ ਹੈ? ਜਿਹੜੇ ਝੂਰ ਮੁਸਲਮ, ਝੂਰ ਫਕੀਰ ਮੁਹੰਮਦ ਜਾਂ ਝੂਰ ਕੋਟਲੀ, ਝੂਰ ਮੁਗਲੀਆਂ, ਇਹ ਸਾਰੇ ਜ਼ਿਲ੍ਹੇ ਨਨਕਾਣੇ ਚ ਆ ਰਹੇ ਨੇ। ਹਾਂਜੀ। ਪਹਿਲਾਂ ਇਹ ਸ਼ੇਖਪੁਰਾ ਸੀ। ਹਾਂਜੀ। ਮੈਂ ਸੁਣਿਆ ਮੈਂ, ਮੈਨੂੰ ਕਨਫਰਮ ਨਹੀਂ, ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਵਾ ਕਿ ਜਦੋਂ ਦਾ ਇਹ 1890 ਦਾ ਸਿਲਸਿਲਾ ਸ਼ੁਰੂ ਹੋਇਆ, ਬਾਰ ਆਬਾਦ ਹੋਈ ਹੈ, ਸਾਰਾ ਜ਼ਿਲ੍ਹਾ ਸ਼ੇਖਪੁਰਾ ਸੀ ਜਾਂ ਹੋਰ ਜ਼ਿਲ੍ਹਾ ਸੀ ਕੋਈ? 1890 ਦੇ ਵਿੱਚ ਸਾਡਾ ਜ਼ਿਲ੍ਹਾ ਗੁਜਰਾਂਵਾਲਾ ਸੀ। ਅੱਛਾ। ਜ਼ਿਲ੍ਹਾ ਸਾਡਾ ਗੁਜਰਾਂਵਾਲਾ ਸੀ। ਫਿਰ ਉਹਦੇ ਵਿੱਚੋਂ 1922 ਦੇ ਵਿੱਚ ਜ਼ਿਲ੍ਹਾ ਸ਼ੇਖਪੁਰਾ ਬਣਿਆ। ਯਾਨੀ ਕਿ ਜਿਹੜਾ ਤੁਹਾਡਾ ਜ਼ਮੀਨ ਦਾ ਰਿਕਾਰਡ ਹੈ ਉਹ ਅਗਰ ਤੁਸੀਂ 1922 ਤੋਂ ਪਹਿਲਾਂ ਦਾ ਵੇਖਣਾ ਤਾਂ ਉਹ ਤੁਹਾਨੂੰ ਗੁਜਰਾਂਵਾਲੇ ਜਾਣਾ ਪੈਣਾ। 1922 ਦੇ ਵਿੱਚ ਜ਼ਿਲ੍ਹਾ ਸ਼ੇਖਪੁਰਾ ਬਣਿਆ। ਸਹੀ। 1902 ਦੇ ਵਿੱਚ ਸਾਡਾ ਥਾਣਾ ਸਦਰ ਸੰਗਲਾ ਬਣਿਆ। ਹਾਂਜੀ। ਇਸ ਪਿੰਡ ਦੀ ਜ਼ਮੀਨ ਕਿੰਨੀ ਕੁ ਹੋਵੇ? ਜ਼ਮੀਨ ਇਸ ਪਿੰਡ ਦੀ ਬਣ ਜਾਂਦੀ ਤਕਰੀਬਨ 40 ਮਰਬੇ। 40 ਮਰਬੇ ਇਹਦੇ ਨੇ, 40 ਮਰਬੇ ਤਕਰੀਬਨ ਝੂਰ ਮੁਗਲੀਆਂ ਦੇ ਨੇ। ਟੋਟਲ ਇਹਦਾ 80 ਮਰਬੇ ਰਕਬਾ ਹੈ। ਲੇਕਿਨ ਅਗਰ ਪਿੰਡ ਦੀ ਗੱਲ ਕਰੀਏ, ਤੁਹਾਡਾ ਪਿੰਡ 2 ਮਰਬਿਆਂ ਤੇ ਹੈਗਾ ਵਾ, ਜਿਵੇਂ ਦੱਸਿਆ ਤੁਸੀਂ ਝੂਰ ਮੁਗਲੀਆਂ ਤੇ ਝੂਰ ਕੋਟਲੀ ਇਕੱਠਾ ਹੀ ਕਰਕੇ। ਹਾਂਜੀ। ਝੂਰ ਮੁਗਲੀਆਂ ਤੇ ਇੱਕ ਹੀ ਮਰਬਾ ਜ਼ਮੀਨ ਹੈਗੀ ਹੈ। ਨਹੀਂ, ਉਹਦੇ ਵਿੱਚ ਇਹ ਗੱਲ ਹੈ ਨਾ ਕਿ ਇਸ ਪਿੰਡ ਦੇ ਵਿੱਚ 2 ਮਰਬਿਆਂ ਵਿੱਚ ਪਿੰਡ ਹੈ, ਇਹਦੇ ਵਿੱਚ ਜ਼ਿਆਦਾ ਫੈਮਲੀਆਂ ਉਹ ਨੇ ਜਿਨ੍ਹਾਂ ਕੋਲ ਰਕਬੇ ਕੋਈ ਨਹੀਂ। ਇਹ ਪਾਕਿਸਤਾਨ ਬਣਨ ਤੋਂ ਪਹਿਲਾਂ ਇੱਕ ਟੋਟਲ ਇੱਥੇ ਸਿੱਖ ਬਰਾਦਰੀ ਸੀ। 3 ਘਰ ਕਾਲੋਂ ਦੇ ਮੁਸਲਮਾਨਾਂ ਦੇ ਹਨ, ਬਾਕੀ ਸਾਰੇ ਸਿੱਖ ਕਾਲੋਂ ਸਨ, ਜਿਹੜੇ ਕਿ ਇੱਥੋਂ ਪਾਕਿਸਤਾਨ ਬਣਨ ਤੋਂ ਬਾਅਦ ਜ਼ਿਲ੍ਹਾ ਕਪੂਰਥਲਾ, ਰਿਆਸਤ ਕਪੂਰਥਲਾ ਵਿੱਚ ਜਾ ਕੇ ਉੱਧਰ ਜਾ ਕੇ ਆਬਾਦ ਹੋ ਗਏ। ਜਲੰਧਰ ਫੁਆੜੇ ਦੇ ਲਾਗੇ ਜਾ ਕੇ ਇਹਨਾਂ ਦੇ ਪਿੰਡ ਨੇ ਜਿਹੜੇ ਕਾਲੋਂ ਇੱਥੋਂ ਮਹਾਜਰ ਹੋ ਕੇ ਤੇ ਉੱਧਰ ਗਏ ਨੇ। ਉਸ ਤੋਂ ਬਾਅਦ ਆ ਜਾਵੋ ਕਿ ਤਕਰੀਬਨ ਇਸ ਪਿੰਡ ਦੇ ਵਿੱਚ ਦੂਸਰੀਆਂ ਕੌਮਾਂ ਵੀ ਹੈ ਸਨ ਪੁਰਾਣੀਆਂ। 75% ਜਿਹੜੇ ਨੇ ਉਹ ਕਾਲੋਂ ਸਨ। ਤਕਰੀਬਨ 40 ਮਰਬੇ ਦੀ ਇਸ ਪਿੰਡ ਦਾ ਜਿਹੜਾ ਨਾ ਉਹ ਰਕਬਾ ਸੀ। ਇਹ ਹੈ ਵੈਸੇ ਜਿਹੜੇ ਹਨ ਕੌਮ ਦੇ ਉਹ ਸਿੱਖ ਸਨ। ਉਸ ਤੋਂ ਬਾਅਦ ਪਾਕਿਸਤਾਨ ਬਣ ਗਿਆ ਵੇ। ਤਕਰੀਬਨ ਜਿਹੜੇ 3 ਮੁਸਲਮਾਨ ਕਾਲੋਆਂ ਦੇ ਘਰ ਸਨ ਉਹ ਰਹਿ ਗਏ ਨੇ ਇੱਥੇ, ਬਾਕੀ ਜਿਹੜੇ ਨੇ ਉਹ ਚਲੇ ਗਏ ਇੱਥੋਂ। तो उस तो इलावा होर फिर बरादरियां बड़ियां इत्थे सारे नाल वड्डी राही बरादरी आ गई। उह राही बरादरी दे विचों भी कुछ लोग जिहड़े ने अंमृतसर दे ने, कुछ हुशियारपुर दे ने, कुछ इस तरह गुरदासपुर दे राही ने। इस तरह करके फिर मुख्तलिफ कौमां जिहड़ियां ने झूर कोटली दे विच आ गईयां। हाँ पुराने लोग भी इन्हां दे विच है ने कुछ थोड़े जे, तकरीबन 20-25 घर ने जिहड़े पुराने लोकां दे ने, 25-30 घर वो कर लो। बाकी हुण टोटली आल टोटल 47 तो बाद
ਚੇਮਲ ਹੋਰ ਕੌਮਾਂ ਜਿਹੜੀਆਂ ਨੇ ਇੱਥੇ ਆਣ ਕੇ ਆਬਾਦ ਹੋ। ਜਿੰਨੇ ਮਹਾਜਰ ਨੇ ਸਾਰੇ ਇਸੇ ਪਿੰਡ 'ਚ ਨੇ? ਇਸੇ ਪਿੰਡ ਦੇ। ਝੂਰ ਮੁਗਲਿਆਂ ਵਿੱਚ ਮਹਾਜਰ ਕੋਈ ਨਹੀਂ? ਝੂਰ ਮੁਗਲੀਆਂ ਵਿੱਚ ਮਹਾਜਰ ਕੋਈ ਨਹੀਂ, ਝੂਰ ਫਕੀਰ ਮੁਹੰਮਦ ਵਾਲੇ ਵਿੱਚ ਮਹਾਜਰ ਕੋਈ ਨਹੀਂ, ਝੂਰ ਸਿੱਖਾਂ ਟੋਟਲੀ ਸਾਰਾ ਮਹਾਜਰਾਂ ਦਾ। ਅੱਛਾ, ਹਾਂਜੀ ਸਹੀ। ਤੇ ਹੁਣ ਸੰਗਲੇ ਦੀ ਗੱਲ ਕਰੀਏ ਤੇ ਸੰਗਲਾ ਕਹਿੰਦੇ ਨੇ ਜੀ ਬਹੁਤ ਤਰੀਖੀ ਸ਼ਹਿਰ ਹੈਗਾ ਵੇ, ਤੇ 1890 ਤੋਂ ਪਹਿਲਾਂ ਇਹਦਾ ਕੀ ਵਜੂਦ ਸੀ? 1890 ਦੇ ਵਿੱਚ ਹੀ ਸੰਗਲਾ ਜਿਹੜਾ ਇਹ ਆਬਾਦ ਹੋਇਆ ਵੇ। ਉਸ ਤੋਂ ਪਹਿਲਾਂ ਤਾਂ ਕੋਈ ਤਰੀਖੀ ਕੋਈ ਨਹੀਂ ਸੀ, ਨਾ ਕੋਈ ਐਸੇ ਕੋਈ ਸਬੂਤ ਮਿਲੇ ਨਾ। ਅਗਰ ਜੇ ਕੋਈ ਸਬੂਤ ਹੈ ਮਿਸਾਲ ਦੇ ਤੌਰ ਤੇ ਮੈਂ ਤੁਹਾਨੂੰ ਪੁੱਛਣਾ ਵਾ, ਲਾਹੌਰ ਪੁਰਾਣਾ ਵੇ ਉਹਦੀਆਂ ਇਮਾਰਤਾਂ ਉੱਥੇ ਪਤਾ ਲੱਗਦਾ ਵੇ ਕਿ ਇਹ ਪੁਰਾਣਾ ਸ਼ਹਿਰ ਹੈ। ਖਾਨਗਾ ਡੋਗਰਾ ਤੁਸੀਂ ਤੁਰ ਜਾਵੋ, ਉਹਦਾ ਵੀ ਮਕਾਨੀਅਤ ਕੁਛ ਐਸੇ ਨੇ ਪਤਾ ਲੱਗਦਾ ਕਿ ਪੁਰਾਣਾ ਸ਼ਹਿਰ ਹੈ। ਤੁਸੀਂ ਤੁਰ ਜਾਵੋ ਮਲਤਾਨ, ਦਿਸਦਾ ਵੇ ਕਿ ਪੁਰਾਣਾ ਸ਼ਹਿਰ ਹੈ, ਪੁਰਾਣੀਆਂ ਕੌਮਾਂ ਨੇ, ਪੁਰਾਣੇ ਮਕਾਨ ਨੇ। ਇਹ ਤੁਸੀਂ ਸੰਗਲਾ ਹਿੱਲ ਦੇ ਵਿੱਚ ਦੱਸੋ ਕਿ ਕਿਹੜਾ ਕੋਈ ਪੁਰਾਣਾ ਮਕਾਨ ਹੈ ਜਾਂ ਕੋਈ ਪੁਰਾਣੀ ਕੋਈ ਕੌਮ ਇੱਥੇ ਬੈਠੀ ਹੈ। ਬੰਦੇ ਕਹਿੰਦੇ ਨੇ ਜੀ ਇੱਥੇ ਸਾਂਗਾ ਕਬੀਲਾ ਸੀ। ਅਗਰ ਉਹ ਸਾਂਗਾ ਕਬੀਲਾ ਹੈ ਸੀ, ਉਹ ਸਾਂਗਾ ਕਬੀਲਾ ਕਿੱਥੇ ਗਿਆ? ਸਾਂਗਾ ਕਬੀਲਾ ਕਿੱਥੇ ਵੇ? ਉਹਦੇ ਨਾਂ ਕੋਈ ਪ੍ਰੂਫ ਹੈ? ਹਾਂ, ਇੱਕ ਉਹ ਗੱਲ ਕਰਦੇ ਨੇ ਕਿ ਨਹਿਰ ਦੇ ਉੱਤੇ ਖੂਹ ਹੈ। ਉਹਦਾ ਖੂਹ ਵੇ ਉਹ ਕਿਤੇ ਜਦੋਂ ਕਿਤੇ ਨਹਿਰ ਗੋਰੇ ਕੱਢਣ ਡੇ ਸਨ, ਉਦੋਂ ਕਿਤੇ ਖੂਹ ਉਹਨਾਂ ਨੇ ਮਜ਼ਦੂਰਾਂ ਦੇ ਪਾਣੀ ਪੂਣੀ ਪੀਣ ਵਾਸਤੇ ਬਣਾਇਆ, ਉਹਨੂੰ ਲੋਕਾਂ ਨੇ ਸਿਕੰਦਰ ਆਜ਼ਮ ਦਾ ਖੂਹ ਬਣਾ ਲਿਆ। ਇਹ ਅਜੇ ਸੰਗਲੇ ਦੀ ਹਿਸਟਰੀ, ਇਹ ਵੀ ਤਕਰੀਬਨ 1890 ਦਾ ਆਬਾਦ ਹੋਇਆ। ਉਸ ਤੋਂ ਪਹਿਲਾਂ ਇਹਦੇ ਕੋਈ ਅਸਾਰ ਨਹੀਂ ਮਿਲਦੇ। ਹਾਂ, ਕੱਚੇ ਮੜ ਜਿਹਨੂੰ ਮੜ ਸ਼ਰਕੀ ਗਰਬੀ ਕਹਿੰਦੇ, ਮੜ ਬਲੋਚਾਂ ਦੇ ਨਾਲ ਜਿਹੜੇ ਬਲੋਚਾਂ ਦੇ ਪਿੰਡ ਨੇ, ਉਹ ਪਿੰਡ ਜਿਹੜੇ ਨੇ ਉਹ ਪੁਰਾਣੇ ਜੇ, ਉਹਨਾਂ ਦੇ ਤੇ ਅਸਾਰ ਵੀ ਹੈ ਨੇ। ਜਿਸ ਤਰ੍ਹਾਂ ਕਿ ਸਾਬਤ ਸ਼ਾਹ ਹੋਵੇ, ਇਹ ਵੀ ਮਤਲਬ ਇਹ ਵਾ ਪੀਰ ਸਾਬਤ ਸ਼ਾਹ, ਇਹ ਵੀ ਪੁਰਾਣੀਆਂ ਆਬਾਦੀਆਂ ਨੇ, ਇਹਨਾਂ ਦੇ ਅਸਾਰ ਵੀ ਹੈ ਨੇ। ਉਹਦੇ ਵਿੱਚ ਇੱਕ ਮੈਂ ਤੁਹਾਨੂੰ ਗੱਲ ਦੱਸ ਦੇਵਾਂ ਕਿ ਜਿਹੜੇ ਚੱਕ ਨੇ ਨਾ, ਚੱਕ ਗੋਰਿਆਂ ਨੇ ਆਬਾਦ ਕੀਤੇ ਨੇ ਤਕਰੀਬਨ, ਜਿਹੜੇ ਸਾਡੇ ਇਲਾਕੇ ਵਿੱਚ 1890 ਦੇ ਏੜ ਗੇੜ। ਦੂਸਰੇ ਨੰਬਰ ਤੇ ਆ ਗਏ ਜਿਹੜੇ ਮੌਜ਼ੇ ਨੇ, ਮੌਜ਼ੇ ਦੇ ਨਾਲ ਚੱਕ ਨਹੀਂ ਲੱਗਦਾ। ਮੌਜ਼ਿਆਂ ਬੜੇ ਬੜੇ ਪੁਰਾਣੇ ਨੇ, 500 ਸਾਲ, ਹਜ਼ਾਰ ਸਾਲ ਪੁਰਾਣੇ ਨੇ। ਮੌਜ਼ੇ ਤੋਂ ਕੀ ਮੁਰਾਦ ਹੈ? ਮੌਜ਼ੇ ਤੋਂ ਮੁਰਾਦ ਪਿੰਡ ਜਿਹੜੇ ਪਿੰਡ ਆਬਾਦਗਾਰੀ ਕਰਨ ਤੋਂ ਪਹਿਲਾਂ ਜਾਂ ਅੰਗਰੇਜ਼ ਦੇ ਇੱਥੇ ਹਿੰਦੁਸਤਾਨ ਦੇ ਕਬਜ਼ਾ ਕਰਨ ਤੋਂ, ਜਿਹੜੇ ਮੁਗਲਾਂ ਦੇ ਦੌਰ ਤੇ, ਇਹ ਲੋਧੀਆਂ ਦੇ ਦੌਰ ਦੇ, ਇਹ ਉਸ ਦੌਰ ਦੇ ਜਿਹੜੇ ਨੇ, ਉਹਨਾਂ ਦੇ ਨਾਲ ਚੱਕ ਨਹੀਂ ਲੱਗਦਾ। ਮਿਸਾਲ ਆ ਪਾੜ ਲੱਖਣ, ਉਹਦਾ ਕੋਈ ਚੱਕ ਨਹੀਂ, ਸਿਰਫ ਮੌਜ਼ੇ ਆ ਪਾੜ ਲੱਖਣ, ਇਹ ਹੀ ਨਾਂ ਹੈ। ਲੇਕਿਨ ਜਿੱਥੇ ਚੱਕਾਂ ਦਾ ਨਾਂ ਆਉਂਦਾ, ਝਹੂਰ ਕੋਟਲੀ ਚੱਕ ਨੰਬਰ 117, ਉਹਨਾਂ ਦੇ ਨਾਲ ਨੰਬਰ ਨਹੀਂ ਲੱਗਦਾ। ਯਾਨੀ ਕਿ ਉਹ ਅੰਗਰੇਜ਼ਾਂ ਦੀ ਆਬਾਦਗਾਰੀ ਕਰਨ ਤੋਂ ਨਾ, ਉਹ ਪੁਰਾਣੇ ਜਿਹੜੇ ਨੇ ਉਹ ਪਿੰਡ ਨੇ। ਤੇ ਇਹ ਜਿਹੜੀ ਸੰਗਲਾ ਹਿੱਲ ਦੇ ਹਵਾਲੇ ਦੀ ਕੋਈ ਤਰੀਕ ਕੋਈ ਨਹੀਂ। ਬਾਕੀ ਬੰਦੇ ਇੱਥੇ ਇਹ ਵੀ ਕਹਿੰਦੇ ਨੇ ਤੇ ਜੀ ਸਿਕੰਦਰ ਆਜ਼ਮ ਆਇਆ, ਚਲੋ ਸਿਕੰਦਰ ਆਜ਼ਮ ਆਇਆ ਮੰਨ ਲਿਆ। ਇਹ ਤੇ ਜਿਹੜਾ ਸਾਂਗਾ ਕਬੀਲਾ ਜਾਂ ਇਸ 1890 ਤੋਂ ਪਹਿਲਾਂ ਰਹਿਣ ਵਾਲੀਆਂ ਜਿਹੜੀਆਂ ਕੌਮਾਂ ਸਾਨੂੰ ਕਿੱਥੇ ਨੇ, ਕੋਈ ਇਹਦਾ ਸਬੂਤ ਜਿਹੜਾ ਆਪਣੇ ਤਾਂ ਬਜ਼ੁਰਗਾਂ ਕਦੀ ਇਹ ਜੀ ਗੱਲ ਨਹੀਂ ਸੁਣੀ? ਨਹੀਂ, ਅਸਾਂ ਕੋਈ ਨਹੀਂ ਸੁਣੀ ਆਪਣੇ ਬਜ਼ੁਰਗਾਂ ਦੇ ਕੋਲ। ਜਿੰਨਾ ਤੁਸੀਂ ਇਲਮ ਸਾਨੂੰ ਅੱਜ ਦੱਸ ਰਹੇ ਜੇ ਗੁਫ਼ਤਗੂ ਕਰਦੇ ਤਰੀਖ ਦੇ ਹਵਾਲੇ ਨਾਲ, ਕਿਉਂਕਿ ਥੋੜਾ ਮੁਸ਼ਕਲ ਗੱਲ ਹੁੰਦੀ ਹੈਗੀ ਤਰੀਖ ਦੇ ਉੱਪਰ ਗੱਲ ਕਰਨੀ, ਕਿਉਂਕਿ ਇਖਤਲਾਫਾਤ ਬਹੁਤ ਸਾਰੇ ਹੁੰਦੇ ਨੇ। ਬਹੁਤ ਸਾਰੇ ਇਖਤਲਾਫ। ਉਸ ਤੁਹਾਡੇ ਇਹਨਾਂ ਗੱਲਾਂ ਨੂੰ ਸਾਡੇ ਜਿਹੜੇ ਨਾਜ਼ਰੀਨ ਹੈਗੇ ਨੇ ਉਹ ਸਦਾ ਪਸੰਦ ਨਾ ਕਰਨ, ਕਿਉਂਕਿ ਉਹ ਤਰੀਖ ਜਿਹੜੀ ਹੈਗੀ ਨਾ ਹਮੇਸ਼ਾ ਤਲਖ ਰਹੀ ਹੈ। ਹਾਂਜੀ, ਤਲਖ ਰਹੀ। ਹਰ ਬੰਦੇ ਨੇ ਆਪਣੇ ਹਿਸਾਬ ਨਾਲ ਬਿਆਨ ਕੀਤੀ ਹੈਗੀ। ਹਾਂਜੀ, ਸਾਰੀ ਗੱਲਾਂ ਆਪਣੇ ਕੋਲ ਦੱਸਣੀਆਂ, ਤੁਹਾਨੂੰ ਆਪਣੇ ਬਜ਼ੁਰਗਾਂ ਕੋਲ। ਮੈਂ ਜਨਾਬ ਜਿਹੜੀ ਵੀ ਗੱਲ ਕੀਤੀ ਹੈ ਮੈਂ ਕੋਈ ਮਤਲਬ ਇਹ ਆਪਣੇ ਕੋਲੋਂ ਨਹੀਂ ਲਾਈ, ਮੈਂ ਜਿਹੜੇ ਆਪਣੇ ਬਜ਼ੁਰਗਾਂ ਕੋਲ ਸੁਣਦਾ ਰਿਹਾ ਵਾਂ ਜੀ, ਜਿਹੜੀਆਂ ਮੈਂ ਸੁਣੀਆਂ ਨੇ ਪੁਰਾਣਿਆਂ ਬੰਦਿਆਂ ਕੋਲ, ਮੈਂ ਤੇ ਉਹ ਗੱਲ ਜਿਹੜੀ ਹੈ ਉਹ ਕਰਨ ਡਿਆ ਵਾਂ। ਬਹਰਹਾਲ ਉਹਦਾ ਵੇਖੋ ਨਾ ਕਿ ਇੱਕ ਚੀਜ਼ ਹੈ, ਉਹਦਾ ਵਜੂਦ ਸੀ, ਉਹਦਾ ਸਬੂਤ ਇੱਥੇ ਕੋਈ ਸਬੂਤ ਕੋਈ ਇਹਦਾ ਦੇਣ ਨਾ ਕਿ ਇੱਥੇ ਕੋਈ ਉਹ ਜਿਹੜਾ ਸਾਂਗਾ ਕਬੀਲਾ ਸੀ, ਉਹ ਕੌਮ ਦੇ ਲੋਕ ਕਿੱਥੇ ਗਏ ਨੇ। ਜੇ ਅਗਰ ਇੱਥੇ ਕੋਈ ਹੈ ਸੀ ਕੋਈ ਕਿਲਾ, ਜੇ ਸਿਕੰਦਰ ਆਜ਼ਮ ਇੱਥੇ ਤਾਂ ਉਹਦੀ ਲੜਾਈ ਹੋਈ ਹੈ, ਸਾਰੀ ਗੱਲ ਜਿਹੜੇ ਅੱਗੇ ਵੀ ਲੋਕ ਬੈਠੇ ਸਨ, ਉਹ ਕੋਈ ਰਾਜਾ ਮਹਾਰਾਜਾ ਹੋਣਾ ਹੀ ਹੈ ਨਾ, ਉਹਨੇ ਆਪਣਾ ਕਿਲਾ ਸ਼ਿਲਾ ਹੀ ਬਣਾਇਆ ਹੋਣਾ ਸੀ, ਜਾਂ ਉਹਦੀ ਕੋਈ ਰਿਹਾਇਸ਼ ਹੀ ਬਣੀ ਹੋਣੀ। ਉਹ ਕਿੱਥੇ ਨੇ ਉਹ ਚੀਜ਼ਾਂ? ਕੋਈ ਸਬੂਤ ਨਹੀਂ ਇਹਦਾ। 1890 ਦੇ ਵਿੱਚ ਆਬਾਦ ਹੋਇਆ ਵੇ। ਇਹ ਸਾਰੀ ਹੈ ਸਿਆਲਕੋਟੀ ਜ਼ੈਲ ਜੇ, ਪਰਲੀ ਜਿਹੜੀ ਉਹ ਸਾਰੀ ਗੁਰਦਾਸਪੁਰੀ ਜ਼ੈਲ ਜੇ। ਤੇ ਇਹ ਅਜੇ ਹਿਸਾਬ ਕਿਤਾਬ। ਅਗਰ ਮੈਂ ਵਾਪਸ ਆਵਾਂ ਫਿਰ ਅਸੀਂ ਕੋਟਲੀ ਦੇ ਹਵਾਲੇ ਨਾਲ, ਹਾਂਜੀ, ਤੇ ਤੁਹਾਨੂੰ ਯਾਦ ਨੇ ਕਿਹੜੇ ਕਿਹੜੇ ਉਦੋਂ ਬੰਦੇ ਜਿਹੜੇ ਬਾਬੇ ਆਏ ਸਨ ਇੱਥੇ ਜਿਨ੍ਹਾਂ ਨੇ ਆ ਕੇ ਪਿੰਡ ਵਸਾਇਆ? ਕੋਈ ਤੁਹਾਨੂੰ ਨਾਮ ਯਾਦ ਨੇ ਕਿਸੇ ਦੇ? ਉਹਦੇ ਵਿੱਚ ਜਿਹੜੇ ਪੁਰਾਣੇ ਬਾਬੇ ਨੇ, ਬਾਬਾ ਸਰਦਾਰ ਕਾਲੋਂ ਸੀ ਸਾਡੇ ਪਿੰਡ ਦਾ। ਅੱਛਾ, ਉਹ ਦੱਸਦੇ ਹੁੰਦੇ ਹਨ, ਥੋੜੀ ਸਾਨੂੰ ਹੋਸ਼ ਸੀ, ਉਹਨਾਂ ਨੂੰ ਵੇਖਿਆ ਬਜ਼ੁਰਗ ਦੱਸਦੇ ਹੁੰਦੇ ਸਨ। ਉਹ ਕਹਿੰਦੇ ਨੇ ਕਿ ਅਸੀਂ ਛੋਟੇ ਸਾਂ ਜਦੋਂ ਆਣ ਕੇ ਅਸੀਂ ਇਹ ਪਿੰਡ ਵਸਾਇਆ ਹੋਵੇ। ਇੱਕ ਸਾਡੇ ਪਿੰਡ ਲਾਲਦੀਨ ਸੀ, ਫੌਜੀ ਸਨ, ਬੜੇ ਮਸ਼ਹੂਰ ਸਨ, ਅੱਲਾਹ ਤਾਲਾ ਉਹਨਾਂ ਦੀ ਮਗਫਰਤ ਕਰੇ, ਫੌਤ ਹੋ ਗਏ ਨੇ। ਉਹ ਪਹਿਲਾਂ ਸਨ ਹਿੰਦੂ ਸਨ, ਤੇ ਹਿੰਦੂ ਤੋਂ ਉਹਨਾਂ ਨੇ ਆਪਣਾ ਮਜ਼ਹਬ ਚੇਂਜ ਕਰਕੇ ਮੁਸਲਮਾਨ ਹੋ ਗਏ ਸਨ। ਉਹਨਾਂ ਦੀ ਉਮਰ ਤਕਰੀਬਨ 100 ਸਾਲ ਸੀ। ਉਹ ਜਿਹੜੀਆਂ ਗੱਲਾਂ ਦੱਸਦੇ ਰਹੇ ਨੇ, ਉਹਨਾਂ ਕੋਈ ਬੜਾ ਮਤਲਬ ਇਹ ਕਿ ਇਲਮ ਜਿਹੜਾ ਵੇ ਉਹ ਤਰੀਕ ਦੇ ਬਾਰੇ ਉਹਨਾਂ ਕੋਲ ਬੜਾ ਕੁਝ ਸੁਣਿਆ ਹੋਵੇ। ਉਹ ਦੱਸਦੇ ਹਨ ਕਿ ਜਿਹੜੇ ਛੱਪੜ ਨੇ, ਆ ਜਿਹੜੇ ਛੱਪੜ ਨੇ, ਕਹਿੰਦੇ ਨੇ ਛੱਪੜ ਕਿਸ ਤਰ੍ਹਾਂ, ਉਹਨਾਂ ਨੂੰ ਪੁੱਛਿਆ ਕਿ ਕਿਉਂ ਬਣੇ, ਇੱਥੇ ਕੀ ਡੂੰਘੀ ਜਗ੍ਹਾ ਸੀ? ਉਹਨਾਂ ਕਿਹਾ ਨਹੀਂ, ਕਿ ਜਦੋਂ ਲੋਕ ਮਕਾਨ ਪਾਉਂਦੇ ਸਨ ਨਾ ਬਾੜ ਦੇ ਟਾਈਮ, ਇੱਥੋਂ ਮਿੱਟੀ ਪੁੱਟ ਕੇ ਇੱਕ ਜਗ੍ਹਾ ਤੇ ਮਿੱਟੀ ਪੁੱਟ ਕੇ ਲਿਆਂਦੇ ਸਨ, ਉਹ ਜਗ੍ਹਾ ਡੂੰਘੀ ਹੋ ਗਈ, ਉੱਥੇ ਬਾਰਿਸ਼ਾਂ ਦਾ ਪਾਣੀ ਖਲੋ ਗਿਆ ਲੱਗ ਪਿਆ,
ਮੁੜ ਕੇ ਪਿੰਡ ਘਰਾਂ ਦਾ ਵੀ ਪਾਣੀ ਜਿਹੜਾ ਪਿੰਡ ਦਾ ਵੀ ਉੱਥੇ ਜਾ ਕੇ ਪੈਣ ਲੱਗ ਪਿਆ। ਉਹ ਜਿਹੜੇ ਨੇ ਉਹ ਛੱਪੜ ਬਣ ਗਏ। ਉਸ ਦੇ ਵਿੱਚ ਇਹ ਗੱਲ ਹੈ, ਇੱਕ ਹੋਰ ਤੁਹਾਨੂੰ ਮੈਂ ਗੱਲ ਦੱਸਾਂ, ਸੰਗਲਾ ਹਿੱਲ ਦੇ ਵਿੱਚ ਜਿੱਥੇ ਰੇਲਵੇ ਸਟੇਸ਼ਨ ਹੈ, ਇਹ ਝੂਰ ਫਕੀਰ ਮੁਹੰਮਦ ਵਾਲੇ ਦਾ ਮਰਬਾ ਸੀ। ਅੱਛਾ। ਇਹ ਜਿਸ ਟਾਈਮ ਗੌਰਮੈਂਟ ਨੇ ਇੱਥੇ ਸਟੇਸ਼ਨ ਬਣਾਇਆ ਵੇ 1897 ਦੇ ਵਿੱਚ, ਇਹ ਰੇਲਵੇ ਲਾਈਨ ਨਿਕਲੀ ਫੈਸਲਾਬਾਦ ਤੋਂ ਵਜ਼ੀਰਾਬਾਦ 1897 ਦੇ ਵਿੱਚ। ਜਦੋਂ ਸਟੇਸ਼ਨ ਬਣਿਆ ਵੇ ਇਹ ਰਕਬਾ ਗੌਰਮੈਂਟ ਨੇ ਲੈ ਲਿਆ ਉਹਨਾਂ ਕੋਲ। ਇਹਦੇ ਇਵਜ਼ ਉਹਨਾਂ ਨੂੰ ਛੋਟੇ ਬਲੌਰਪੁਰ ਨਜ਼ੀਰ ਕਾਲੋਂ ਉਹਨਾਂ ਨੂੰ ਉੱਥੇ ਰਕਬਾ ਜਿਹੜਾ ਉਹਨਾਂ ਦਿੱਤਾ ਗਿਆ। ਯਾਨੀ ਕਿ ਸਟੇਸ਼ਨ ਜਿਹੜਾ ਵੇ ਇਹ 1897 ਦੇ, ਇਹਦੀ ਹਿਸਟਰੀ ਪੱਕੀ 1897 ਦੇ ਵਿੱਚ ਇਹ ਰੇਲਵੇ ਲਾਈਨ ਨਿਕਲੀ ਹੈ ਤੇ ਸਟੇਸ਼ਨ ਵੀ ਉਦੋਂ ਹੀ ਬਣਿਆ ਹੋਵੇ। ਦੇਖੋ ਸਟੇਸ਼ਨ ਵੀ ਅਗਰ ਉਹਨਾਂ ਦੇ ਜ਼ਮੀਨ ਚ ਆਂਦਾ ਹੋਵੇ, ਫਿਰ ਜਾਮਿਆ ਮਸਜਿਦ ਜਿਹੜੀ ਹੈਗੀ ਉਸ ਤੋਂ ਪਿੱਛੇ ਸਾਰਾ ਪੁਰਾਣਾ ਝੂਰ। ਹਾਂਜੀ। ਤੇ ਫਿਰ ਸੰਗਲਾ ਤੇ ਵਾਕਈ ਤਰੀਕ ਚ ਕੋਈ ਨਹੀਂ, ਫਿਰ ਤਾਂ ਸੰਗਲਾ ਤਰੀਕ ਵਿੱਚ ਹੈ ਹੀ ਕੋਈ, ਕਿਉਂਕਿ ਫਿਰ ਸਾਡੇ ਕੋਲ ਬਚਦਾ ਹਿੱਲ ਜਿਹੜਾ ਐਚ ਬਣਿਆ ਨਿਜ਼ਾਮੀ ਰੋਡ, ਮੇਨ ਬਾਜ਼ਾਰ ਤੇ ਜਿਹੜਾ ਹੈਗਾ ਕਮੇਟੀ ਬਾਜ਼ਾਰ, ਇਹ ਬਾਜ਼ਾਰ ਬਚਦਾ ਸਾਡੇ ਕੋਲ। ਤੇ ਇੱਥੇ ਤੇ ਕੋਈ ਤਰੀਖੀ ਇਮਾਰਤ ਕੋਈ ਚੀਜ਼ ਐਸੀ ਹੈ ਨਹੀਂ, ਐਸੀ ਕੋਈ ਸਬੂਤ ਨਹੀਂ ਮਿਲੇ। ਮਸਲਨ ਤੁਸੀਂ ਵੇਖੋ ਨਾ ਕਿ 1890 ਦੀ ਇੱਥੇ ਤੁਹਾਨੂੰ ਇਸ ਏਰੀਏ ਦੇ ਵਿੱਚ ਸੰਗਲੇ ਦੇ ਵਿੱਚ ਝੂਰ ਕੋਟਲੀ ਦੇ ਵਿੱਚ ਇਹ ਤੁਹਾਨੂੰ ਬਿਲਡਿੰਗਾਂ ਦਿਸ ਜਾਣਗੇ, ਜਿਸ ਤਰ੍ਹਾਂ ਕਿ ਉਹ ਸਾਹਮਣੇ ਘਰ ਇੱਕ ਉਹ ਤਕਰੀਬਨ 1920-22 ਦਾ ਬਣਿਆ ਹੋਵੇ। ਉਹਦੇ ਅਸਾਰ ਦੱਸਦੇ ਨੇ ਕਿ 1920-22-21 ਦਾ ਇਸ ਏੜ ਗੇੜ ਦੇ ਵਿੱਚ ਬਣਿਆ ਹੋਵੇ। ਸਹੀ। ਇਸ ਤੋਂ ਪਹਿਲਾਂ ਅਗਰ ਜੇ ਇੱਥੇ ਕੋਈ ਕਿਲਾ ਹੁੰਦਾ ਜਾਂ ਕੋਈ ਕਿਸੇ ਦੀ ਕੋਈ ਰਿਹਾਇਸ਼ ਹੁੰਦੀ, ਕੋਈ ਸਾਂਘੇ ਕਬੀਲੇ ਦਾ ਹੀ ਬੰਦਾ ਕੋਈ ਰਹਿੰਦਾ ਹੁੰਦਾ, ਉਹਦਾ ਮਕਾਨ ਤੇ ਹੋਣਾ ਸੀ, ਬਿਲਕੁਲ ਉਹਦੀ ਕੋਈ ਅੱਗੋਂ ਨਸਲ ਤੇ ਹੋਣੀ ਸੀ। ਪਰ ਮੈਂ ਇਹ ਗੱਲ ਜਿਹੜੀ ਹੈ ਕੋਈ ਨਹੀਂ ਮੈਂ ਮੰਨਦਾ। ਇੱਕ ਮੈਂ ਪ੍ਰੋਗਰਾਮ ਵੇਖਿਆ ਸੀ, ਉਹਨਾਂ ਕਿਹਾ ਜੀ ਸੰਗਲ ਸਿਕੰਦਰ ਆਜ਼ਮ ਆਇਆ ਵੇ, ਕਹਿੰਦੇ ਉਹਨਾਂ ਨੇ ਕਿਹਾ ਕਿ ਲੋਕ ਕਹਿੰਦੇ ਨੇ ਕਿ ਜੀ ਸੰਗਲਾ ਲਾਇਆ, ਉਹਨੇ ਕਹਿੰਦੀ ਉਹ ਗਲਤ ਕਹਿੰਦੇ ਨੇ। ਟੀਵੀ PTV ਵਿੱਚ ਵਾਹਵਾ ਪੁਰਾਣਾ ਮੈਂ ਪ੍ਰੋਗਰਾਮ ਨਿੱਕਿਆ ਹੁੰਦਿਆਂ ਵੇਖਿਆ, ਉਹਨੇ ਕਿਹਾ ਸੰਗਲੇ ਨਹੀਂ ਸਿਆਲਕੋਟ ਆਇਆ। ਅੱਛਾ। ਇਹ ਸਿਕੰਦਰ ਆਜ਼ਮ ਵਾਲੀ ਜਿਹੜੀ ਗੱਲ ਹੈ ਉਹ ਬਿਲਕੁਲ ਖਤਮ ਜੇ। ਸਿਕੰਦਰ ਆਜ਼ਮ ਹਾਂ ਇੱਥੋਂ ਲੰਘਿਆ ਹੋ ਸਕਦਾ ਕਿ ਲੰਘਿਆ ਹੋਵੇ, ਉਹਦੀ ਫੌਜ ਨੇ ਪੜਾਓ ਕੀਤਾ ਹੋਵੇ ਕੋਈ ਇੱਕ ਅੱਧੇ ਦਿਨ ਵਾਸਤੇ। ਜੇ ਤੁਸੀਂ ਕਹੋ ਨਾ ਕਿ ਸਾਂਘਾ ਕਬੀਲਾ ਸੀ, ਉਹਦੀ ਲੜਾਈ ਹੋਈ, ਉਹਦੇ ਅਸਾਰ ਵੀ ਤੇ ਇੱਥੇ ਤੁਹਾਨੂੰ ਮਤਲਬ ਇਹ ਕੋਈ ਨਹੀਂ ਦਿਸੇ। ਹਾਂਜੀ। ਕੁਛ ਹੁਣ ਤੁਸੀਂ ਪਿੰਡ ਇਹ ਤੁਹਾਡੇ ਖਾਨਗਾ ਡੋਗਰਾਂ ਦੇ ਲਾਗੇ ਪਿੰਡ ਹੈ ਮੀਆਂ ਅਲੀ। ਹਾਂਜੀ। ਮੀਆਂ ਅਲੀ ਬਹੁਤ ਮਸ਼ਹੂਰ ਪਿੰਡ ਹੈ ਉਹ। ਹੁਣ ਮੀਆਂ ਅਲੀ ਜਿਹੜਾ ਵੇ ਉੱਥੇ ਤਕਰੀਬਨ 1.5-2 ਕਿਲੋਮੀਟਰ ਦੇ ਵਿੱਚ ਇੱਕ ਬਹੁਤ ਉੱਚਾ ਟਿੱਬਾ ਵੇ। ਉਹ ਟਿੱਬੇ ਦੇ ਉੱਤੇ ਕੋਈ ਕਿਲਾ ਜਾਂ ਕੋਈ ਪਿੰਡ ਆਬਾਦ ਸੀ। ਅਸਾਰੇ ਕਦੀਮਾਂ ਵਾਲੇ ਵੀ ਆਏ ਨੇ, ਉਹਦਾ ਤੁਹਾਨੂੰ ਅਸਾਰ ਜਿਹੜੇ ਨੇ ਮਿਲ ਸਕਦੇ ਨੇ। ਪੁਰਾਣੇ ਮਿਸਾਲ ਇਹ ਵੀ ਕਿ ਉਹਦੇ ਅਸਾਰ ਜਿਹੜੇ ਨੇ ਉਹ ਮਿਲ ਸਕਦੇ ਨੇ। ਕਹਿੰਦੇ ਨੇ ਕਿ ਇਹ ਖੱਤਰੀਆਂ ਦਾ ਕੋਈ ਸ਼ਹਿਰ ਆਬਾਦ ਸੀ, ਇਹਦਾ ਨਾਂ ਸੀ ਉਦਾ ਨਗਰੀ। ਉਹਦੇ ਤੁਹਾਨੂੰ ਅਸਾਰ ਦਿਸਣਗੇ। ਅਸਾਰੇ ਕਦੀਮਾਂ ਵਾਲਿਆਂ ਨੇ ਵੀ ਹੁਣ ਉੱਥੇ ਆਣ ਕੇ ਖਦਾਈ ਕੱਢੀ ਹੈ, ਕੋਈ ਬਰਤਨ ਵੀ ਥੱਲੋਂ ਨਿਕਲੇ ਨੇ। ਤੇ ਜੇ ਅਗਰ ਸੰਗਲਾ ਜੇ ਕੋਈ ਤਰੀਖੀ ਹੁੰਦਾ ਇੱਥੇ ਕੋਈ ਵੈਸਾਂ ਦਾ ਕੋਈ ਹੁੰਦਾ, ਕੋਈ ਆਂਦੇ ਸਾਰੇ ਕਦੀਮਾਂ ਵਾਲੇ ਆਂਦੇ ਕਿ ਉਹ ਕਿਲਾ ਤਬਾਹ ਹੋਇਆ ਹੁੰਦਾ, ਉਹ ਤੇ ਆਣ ਕੇ ਰਿਸਰਚ ਕਰਦੇ, ਕੁਛ ਵੀ ਨਹੀਂ ਸਾਬਤ ਜਿਹੜਾ ਨਾ ਉਹ ਕੋਈ ਨਹੀਂ ਹੋਇਆ। ਤੇ ਚੱਕਾਂ ਦੇ ਨਾਲ ਆਰਬੀ ਲਿਖਿਆ ਜਾਂਦਾ ਹੈਗਾ ਵੇ। ਇਹ ਜੀ ਚੱਕਾਂ ਦੇ ਨਾਲ ਜਿਹੜਾ ਆਰਬੀ ਲਿਖਿਆ ਜਾਂਦਾ ਨਾ, ਇਹ ਜਿਹੜੀ ਸਾਡੀ ਨਹਿਰ ਹੈ ਨਾ, ਹਾਂਜੀ, ਇਹ ਹੈਡ ਨਾਨੂਆਣੇ ਤੋਂ ਨਿਕਲਦੀਆਂ ਨੇ 3 ਨਹਿਰਾਂ। ਸਹੀ। ਪਿੱਛੋਂ ਇਹ ਹੈਡ ਇੱਕ ਆਉਂਦੀ ਹੈ ਨਹਿਰ, ਅੱਗੋਂ ਆਣ ਕੇ 3 ਹੋ ਜਾਂਦੀ ਹੈ, ਇੱਕ ਝੰਗ ਬ੍ਰਾਂਚ ਯਾਨੀ ਜੀਮਬੇ ਬਣ ਜਾਂਦੀ ਹੈ, ਜਿਹੜੀ ਕਿ ਇਸ ਤਰ੍ਹਾਂ ਦੀ ਉੱਤੋਂ ਦੀ ਹੋ ਕੇ ਆ ਪਿੰਡੀ ਕੋਟ ਨੱਕੇ ਤੋਂ ਹੋ ਕੇ ਤੇ ਉਹ ਬੇੜਾਂ ਵਾਲੇ ਬੰਗਲੇ ਤੋਂ ਹੋ ਕੇ ਭਰਾਮੀਪੁਰ ਬੰਗਲੇ ਦੇ ਲਾਗੋਂ ਦੀ ਇਹ ਗਾਂਹ ਨਿਕਲ ਜਾਂਦੀ ਹੈ। ਇਹ ਨਹਿਰ ਜਿਹੜੀ ਹੈ ਇਹ ਨਿਕਲੀ ਹੈ ਹੈਡ ਨਾਨੂਆਣੇ ਤੋਂ। ਇਹ ਰੇਬੇ ਯਾਨੀ ਕਿ ਰੱਖ ਬ੍ਰਾਂਚ, ਇਹਦੇ ਵਿੱਚੋਂ ਨਾਨੂ ਵਾਲੇ ਬੰਗਲੇ ਦੇ ਲਾਗੋਂ ਇੱਕ ਛੋਟੀ ਨਹਿਰ ਵੀ ਨਿਕਲਦੀ ਹੈ, ਉਹਦੇ ਚੱਕ ਵੀ ਰੇਬੇ ਗਿਣੇ ਜਾਂਦੇ ਨੇ, ਜਿਹੜੇ ਕਿ ਤੁਸੀਂ ਵੇਖੋ ਉਹ ਨਹਿਰ ਖਾਨਗਾ ਡੋਗਰਾਂ ਦੇ ਉੱਤੋਂ ਦੀ ਹੋ ਕੇ ਸ਼ਾਹਕੋਟ ਅੱਧ ਵਾਲੀ ਝਾਲ ਤੋਂ ਹੋ ਕੇ ਤੇ ਉਹ ਇੱਧਰ ਦਾ ਖੁੱਡਰਾਂ ਵਾਲੇ ਦਾ ਇਲਾਕਾ ਜਿਹੜਾ ਉਹਨੂੰ ਸਰਾਪ ਕਰਦੀ ਹੈ। ਤੇ ਇਹ ਰੱਖ ਬ੍ਰਾਂਚ ਤੋਂ ਮੁਰਾਦ ਸਾਡੀ ਨਹਿਰ ਦਾ ਨਾਮ ਹੈ ਰੱਖ ਬ੍ਰਾਂਚ। ਇਹ ਤਦ ਚੱਕ ਨੰਬਰ 117 ਰੇਬੇ ਯਾਨੀ ਕਿ ਰੱਖ ਬ੍ਰਾਂਚ। ਹਾਂਜੀ। ਤੇ ਹੁਣ ਤੁਹਾਡੇ ਪਿੰਡ ਦੇ ਵਿੱਚ ਇਸ ਟਾਈਮ ਕਿੰਨੀਆਂ ਕੌਮਾਂ ਆਬਾਦ ਨੇ? ਸਾਡੇ ਪਿੰਡ ਤਕਰੀਬਨ ਇਸ ਟਾਈਮ ਅਸੀਂ ਜਾਂ ਨੰਬਰਦਾਰ ਹਾਂ, ਇੱਕ ਸਾਡਾ ਘਰ ਹੈ, ਹੁਣ ਤੇ 3-4 ਬਣ ਜਾਂਦੇ ਨੇ। ਵੈਂਸਾਂ ਦੇ ਵੀ ਇੱਕ ਜੱਟਾਂ ਦੇ ਵੀ ਤੁਹਾਨੂੰ ਦੱਸਣ ਲੱਗਾ ਮੈਂ, ਕਾਲੂਆਂ ਦੇ ਘਰ ਨੇ ਕੋਈ 30-35। ਉਸ ਤੋਂ ਬਾਅਦ ਰਿਹਾੜਾਂ ਦੇ ਘਰ ਨੇ, ਉਸ ਤੋਂ ਬਾਅਦ ਬਾਜਵਿਆਂ ਦੇ ਘਰ ਨੇ, ਉਸ ਤੋਂ ਬਾਅਦ ਗਿੱਲਾਂ ਦੇ ਘਰ ਨੇ। ਇੱਕ ਘਰ ਜਿਹੜਾ ਵੇ ਉਹ ਛੀਨਿਆਂ ਦਾ ਵੇ। ਉਸ ਤੋਂ ਬਾਅਦ ਰਾਈ ਬਰਾਦਰੀ ਆ ਜਾਂਦੀ ਹੈ, ਪਰ ਰਾਈ ਬਰਾਦਰੀ ਜਿਹੜੀ ਹੈ ਨਾ ਉਹ ਤਕਰੀਬਨ ਮੁਖਤਲਿਫ ਨੇ। ਕੁਛ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ, ਕੁਛ ਅੰਮ੍ਰਿਤਸਰ ਦੇ ਖੱਬਿਆਂ ਪਿੰਡ ਦੇ ਰਹਿਣ ਵਾਲੇ ਨੇ, ਕੁਛ ਜਿਹੜੇ ਨੇ ਉਹ ਰਹਿਣ ਵਾਲੇ ਜੇ ਰਾਜੇ ਸਾਂਸੀ ਅੰਮ੍ਰਿਤਸਰ ਦੇ ਲਾਗੇ ਇੱਕ ਪਿੰਡ, ਕੁਛ ਉੱਥੋਂ ਦੇ ਰਹਿਣ ਵਾਲੇ ਨੇ, ਕੁਛ ਰਾਈ ਜਿਹੜੇ ਨੇ ਉਹ ਹੁਸ਼ਿਆਰਪੁਰ ਦੇ ਨੇ,
ਸਹੀ। ਕੁਛ ਇੱਥੋਂ ਦੇ ਅਰਾਈ ਜਿਹੜੇ ਨੇ ਮਕਾਮੀ ਨੇ, ਬਾਕੀ ਦੂਸਰੀਆਂ ਕੌਮਾਂ ਨੇ, ਗਫਾਰੀ ਵੀ ਨੇ, ਅੰਸਾਰੀ ਵੀ ਨੇ, ਮਲਕ ਵੀ ਨੇ। ਸਹੀ। ਇਹ ਸਾਰੇ ਜਿਹੜੇ ਨੇ ਲੋਕ ਜ਼ਿਆਦਾ ਤਕਰੀਬਨ ਬਾਹਰੋਂ ਹੀ ਆਣ ਕੇ ਨਾ ਪਾਕਿਸਤਾਨ ਬਣਨ ਦੇ ਟਾਈਮ ਹੀ ਇੱਥੇ ਆਏ ਨੇ। ਇਸ ਪਾਸੇ ਜਿਹੜਾ ਝੂਰ ਮੁਗਲੀਆਂ ਦਾ ਮਰਬਾ ਨੰਬਰ 22 ਹੈ, ਉਹਦੇ ਵਿੱਚ ਕੁਛ ਰਾਈਆਂ ਦੇ ਘਰ ਨੇ, ਉਹਨਾਂ ਨੂੰ ਅੱਸੀ ਵਾਲੇ ਕਿਹਾ ਜਾਂਦਾ ਵੇ। ਬਾਕੀ ਅੱਗੇ ਸਾਰੇ ਮੁਸਲਮ ਸ਼ੇਖ ਨੇ, ਉਹ ਨੇ ਉੱਥੇ ਆਬਾਦ। ਤੇ ਉਰਲੀ ਸਾਈਡ ਤੇ ਮਸੀਹਾਂ ਦਾ ਜਿਹੜੀ ਉਹ ਬਸਤੀ ਹੈ ਛੋਟੀ ਜਿਹੀ, ਉਹ ਵੀ ਪੁਰਾਣੀ ਹੈ। ਤੇ ਇਹ ਮਤਲਬ ਇਹ ਵੀ ਕਿਤੇ ਜਿਹੜੀਆਂ ਕੌਮਾਂ ਨੇ ਉਹ ਆਬਾਦ ਨੇ। ਤੇ ਮਜ਼ਹਬ ਦੀ ਗੱਲ ਕਰੀਏ ਮਸਲਕ ਦੀ, ਤੇ ਕਿੰਨੇ ਮਜ਼ਹਬ ਮਸਲਕ ਇੱਥੇ ਆਏ ਨੇ ਇੱਥੇ ਜੀ? ਸਾਰਿਆਂ ਨਾਲੋਂ ਵੱਡਾ ਮਸਲਕ ਜਿਹੜਾ ਵੇ ਉਹ ਅਹਿਲੇ ਸੁਨਨਤਾਂ ਦਾ। ਠੀਕ ਹੈ। 2 ਮਸਜਿਦਾਂ ਨੇ ਅਹਿਲੇ ਸੁਨਨਤ ਦੀਆਂ। ਅੱਛਾ, ਮਾਸ਼ਾਅੱਲਾ। ਇੱਕ ਮਸਜਿਦ ਨੂਰ ਹੈ, ਉਹ ਵੱਡੀ ਹੈ ਪੁਰਾਣੀ। ਜੀ। ਇੱਕ ਆ ਮਸਜਿਦ ਕਰਮਾਂ ਵਾਲੀ। ਜੀ ਜੀ। ਉਸ ਤੋਂ ਬਾਅਦ ਇੱਥੇ ਅਹਿਲੇ ਹਦੀਸਾਂ ਦੇ ਘਰ ਆ ਜਾਂਦੇ ਨੇ 25 30 35। ਠੀਕ ਹੈ। ਉਹਨਾਂ ਤੋਂ ਬਾਅਦ ਅਹਿਮਦੀ ਆ ਜਾਂਦੇ ਨੇ ਇੱਥੇ, ਅਹਿਮਦੀਆਂ ਦੇ ਘਰ ਬਣ ਜਾਂਦੇ ਨੇ 15 20। ਅੱਛਾ। ਉਸ ਤੋਂ ਇਲਾਵਾ ਫਿਰ ਇੱਥੇ ਕ੍ਰਿਸਚੀਅਨ ਵੀ ਨੇ, 30 35 ਘਰ ਕ੍ਰਿਸਚਨਾਂ ਦੇ ਨੇ ਇੱਥੇ। ਠੀਕ ਹੈ। ਹਾਂਜੀ। ਸਿੱਖ ਕੋਈ ਨਹੀਂ, ਕੋਈ ਹੁਣ ਇੱਥੇ ਨਹੀਂ ਸਿੱਖ ਇੱਥੇ ਕੋਈ ਨਹੀਂ। ਸਿੱਖ ਜਿਹੜੇ ਨੇ 1947 ਦੇ ਵਿੱਚ ਇੱਥੋਂ ਚਲੇ ਗਏ ਨੇ। ਚਲੇ ਗਏ। ਤੁਹਾਡੇ ਪਿੰਡ ਚ ਟੋਟਲ 3 ਮਸਜਿਦਾਂ ਨੇ। ਹਾਂਜੀ। ਇੱਕ ਇਹਨਾਂ ਦਾ ਗਿਰਜਾ ਘਰ ਹੋਵੇਗਾ। ਹਾਂਜੀ, ਇੱਕ ਅਹਿਮਦੀਆਂ ਦੀ ਮਸਜਿਦ ਹੈ। ਹਾਂਜੀ। ਤੇ ਸਕੂਲ ਵਗੈਰਾ ਗਵਰਨਮੈਂਟ ਵੱਲੋਂ ਕਿੰਨੇ ਨੇ ਇੱਥੇ? ਸਕੂਲ ਇੱਥੇ ਜੇ ਇੱਕ ਕੁੜੀਆਂ ਦਾ ਸਕੂਲ ਹੈ। ਅੱਛਾ। ਉਹ ਵੀ ਪਹਿਲਾਂ ਸਿੱਖਾਂ ਦਾ ਗੁਰਦੁਆਰਾ ਸੀ, ਉਹਦੇ ਵਿੱਚ ਉਹ ਸਕੂਲ ਸੀ। ਤੇ ਲੜਕੀਆਂ ਦਾ ਇੱਕ ਸਕੂਲ, ਇੱਕ ਲੜਕਿਆਂ ਦਾ ਸਕੂਲ ਹੈ ਪ੍ਰਾਇਮਰੀ ਤੱਕ। ਹਾਂਜੀ, ਪ੍ਰਾਇਮਰੀ ਤੱਕ। ਤੇ ਕੋਈ ਡਿਸਪੈਂਸਰੀ ਹੈ। ਹੋਰ ਇੱਥੋਂ ਲਾ ਗਵਰਨਮੈਂਟ ਦੀ ਫੈਸਿਲਿਟੀਜ਼ ਕਿਹੜੀ ਹੈਗੀ ਨੇ ਤੁਹਾਡੇ ਕੋਲ? ਇੱਥੇ ਸਾਡੇ ਕੋਲ ਇੱਕ ਤੇ ਵਾਟਰ ਸਪਲਾਈ ਦਾ ਪਾਣੀ ਆਉਂਦਾ ਜੇ। ਅੱਛਾ। ਬਿਜਲੀ ਅੱਗੇ ਹੀ ਹੈ, 1961 62 ਦੀ ਬਿਜਲੀ ਲੱਗੀ ਹੈ। ਸਹੀ। ਇਹਦੀ ਤਾਂ ਝੂਰ ਮੁਗਲੀਆਂ ਦੀ ਬਿਜਲੀ ਜਿਹੜੀ ਅੱਗੜ ਪਿਛੜੀ ਲੱਗੀ ਹੈ। ਸਹੀ। ਉਸ ਤੋਂ ਬਾਅਦ ਫਿਰ ਇੱਥੇ ਸੂਈ ਗੈਸ ਜੇ, ਤੇ ਡਿਸਪੈਂਸਰੀ ਹੈ, ਕੁੜੀਆਂ ਦਾ ਸਕੂਲ ਹੈ, ਮੁੰਡਿਆਂ ਦਾ ਸਕੂਲ ਹੈ। ਤੁਹਾਡੇ ਪਿੰਡ 'ਚ ਜ਼ਾਰੀ ਬਾਤ ਤੇ ਇੱਥੇ ਸਿੱਖ ਰਹਿੰਦੇ ਰਹੇ ਨੇ। ਹਾਂਜੀ। ਤੇ ਵਿੱਚ ਮੁਸਲਮਾਨ ਵੀ ਬਾਦ ਹੋਏ। ਤੁਹਾਡੇ ਗੁਆਂਢ ਦਾ ਪਿੰਡ ਝੂਰ ਮੁਗਲੀਆਂ, ਉਹ ਵੀ ਉੱਥੇ ਮੁਸਲਮਾਨ ਸਨ। ਹਾਂਜੀ। ਕੋਈ ਐਸੇ ਵਾਕਿਆਤ ਜਿਹੜੇ ਉਸ ਦੌਰ 'ਚ ਹੁੰਦੇ ਹੋਣ, ਲੜਾਈਆਂ ਝਗੜੇ, ਕੋਈ ਤੁਹਾਨੂੰ ਕੋਈ ਵਾਕਿਆ ਤਾਂ ਸੁਣਿਆ ਬਜ਼ੁਰਗਾਂ ਕੋਲ ਸੁਣਾਓ? ਅਸੀਂ ਬਜ਼ੁਰਗਾਂ ਕੋਲ ਇੱਕ ਵਾਕਿਆ ਸੁਣਿਆ ਹੋਵੇ। ਤਕਰੀਬਨ ਇਹ ਗੱਲ ਹੋਣੀ ਹੈ 1932 33 ਦੀ ਤਕਰੀਬਨ। ਅੱਛਾ। ਇਹ ਸੰਗਲਾ ਇੱਥੋਂ ਮਾਰ ਬਲੋਚਾਂ ਰੋਡ ਤੋਂ ਇੱਕ ਰੋਡ ਨਿਕਲਦਾ ਵੇ ਨਹਿਰ ਵਾਲੀ ਸਾਈਡ ਤੇ। ਅੱਛਾ। ਇੱਥੇ ਰਜਵਾ ਮੌਜੂਦ ਹੈ, ਜਿਹਨੂੰ ਅਸੀਂ ਗਿੱਲੂਆਣਾ ਰਜਵਾ ਕਹਿੰਦੇ ਹਾਂ। ਜੀ ਜੀ। ਜਿਹੜਾ ਇੱਥੋਂ ਨਹਿਰ ਤੋਂ ਨਿਕਲ ਕੇ ਤੇ ਭਲੇਟ ਜਾ ਕੇ ਉਹਦੀਆਂ ਢੇਲਾਂ ਬਣ ਜਾਂਦੀਆਂ। ਜੀ ਜੀ। ਇਹ ਪਿੱਛੋਂ ਬਜ਼ੁਰਗ ਦੱਸਦੇ ਨੇ ਕਿ ਫੈਸਲਾਬਾਦੋਂ ਕੋਈ ਮਾੜੇ ਬੰਦੇ ਸਨ, ਕੋਈ ਉਹਨਾਂ ਦਾ ਕੋਈ 100 ਜੀ ਸੀ, ਤੇ ਉਹ ਨਾ ਇੱਕ ਕਾਫਲੇ ਦੀ ਸੂਰਤ ਵਿੱਚ ਜਾ ਰਹੇ ਸਨ ਹਾਫਸਾਬਾਦ ਸਿਆਲਕੋਟ ਵਾਲੀ ਸਾਈਡ ਤੇ। ਅੱਛਾ। ਇਹਦੀ ਚਾਵਲ ਦੀ ਯਾਨੀ ਮੂੰਜੀ ਦੀ ਵਾਢੀ ਕਰਨ, ਕਟਾਈ ਕਰਨ। ਅੱਛਾ ਅੱਛਾ। ਤੇ ਅਗਲੇ ਦਿਨ ਸ਼ਹੀਦ ਉਹਨਾਂ ਨੇ ਉਹ ਗਿੱਲੂਆਣਾ ਰਜਵਾਹ ਦੇ ਨਾਲ ਆਪਣੀ ਉਹ ਆਰਜ਼ੀ ਤੌਰ ਤੇ ਕਾਫਲੇ ਦਾ ਪੜਾਓ ਜਿਹੜਾ ਨਾ ਉਹ ਇੱਥੇ ਪਾ ਲਿਆ। ਅੱਛਾ। ਅਗਲਾ ਦਿਨ ਸ਼ਹੀਦ ਦਾ ਉਹਨਾਂ ਨੇ ਨਾ ਗਾਂ ਜਿਹੜੀ ਉਹ ਜ਼ਿਬਾ ਕੀਤੀ। ਅੱਛਾ। ਗਾਂ ਜ਼ਿਬਾ ਕਰਕੇ ਤੇ ਇੱਥੋਂ ਸਾਡਾ ਮੋਗਾ ਨਿਕਲਦਾ ਹੁੰਦਾ ਸੀ, ਮੋਗਾ ਨੰਬਰ 420 ਸੀ, ਜਿਹੜਾ ਕਿ ਸਾਡੇ ਪਿੰਡ ਦਾ ਚੜ੍ਹਦਾ ਮੋਗਾ ਸੀ। ਇਹ ਚੜ੍ਹਦੇ ਪਾਸੇ ਦੀ ਜ਼ਮੀਨ ਉਹ ਸਰਾਪ ਕਰਦਾ ਸੀ। ਇੱਥੇ ਉਹ ਗਾਂ ਦਾ ਗੋਸ਼ਤ ਕਰਨ ਡਏ ਨੇ। ਸਿੱਖਾਂ ਤੇ ਹਿੰਦੂਆਂ ਦੇ ਵਿੱਚ ਗਾਂ ਨੂੰ ਗਊ ਮਾਤਾ ਮੰਨਦੇ ਨੇ। ਇਹਦਾ ਗੋਸ਼ਤ ਨਹੀਂ ਉਹ ਖਾਂਦੇ ਸਿੱਖ ਤੇ ਹਿੰਦੂ। ਉਹ ਸਾਡੇ ਪਿੰਡ ਦੇ ਕਿਸੇ ਸਿੱਖ ਨੇ ਪਾਣੀ ਲਾਇਆ ਸੀ, ਉਹ ਪਿੱਛੇ ਗਿਆ ਤੇ ਉਹਨੂੰ ਪਤਾ ਲੱਗਾ ਕਿ ਇਹਨਾਂ ਨੇ ਗਾਂ ਹਲਾਲ ਕੀਤੀ ਹੈ। ਉਹਨੇ ਪਿੰਡ ਆਣ ਕੇ ਸ਼ੋਰ ਪਾਇਆ ਕਿ ਉੱਥੇ ਤੇ ਕੋਈ ਬੰਦੇ ਨੇ ਮੁਸਲਮਾਨ ਨੇ ਤੇ ਉਹ ਗਾਂ ਹਲਾਲ ਕਰਨ ਡਏ ਨੇ। ਇਹ ਫਿਰ ਸਾਰਾ ਪਿੰਡ ਜਿਹੜਾ ਨਾ ਸਿੱਖ ਜਿੰਨੇ ਸਨ, ਇਹ ਕੋਈ ਸੋਟਾ ਲੈ ਕੇ ਉਜ਼ਰ ਵੇ, ਕੋਈ ਕੁਹਾੜੀ ਲੈ ਕੇ, ਕੋਈ ਤਲਵਾਰਾਂ ਲੈ ਕੇ, ਕੋਈ ਬਰਚੀਆਂ ਲੈ ਕੇ, ਇਹਨਾਂ ਜਾ ਕੇ ਤੇ ਉਹਨਾਂ ਦੇ ਹਮਲਾਵਰ ਹੋ ਗਏ। ਹਮਲਾਵਰ ਉਹਨਾਂ ਨੂੰ ਜਦੋਂ ਹੋਏ ਨੇ, ਇਹਨਾਂ ਨੇ ਜਾ ਕੇ ਤੇ ਉਹਨਾਂ ਦਾ ਨੁਕਸਾਨ ਕੀਤਾ ਵੇ। ਕੋਈ ਔਰਤਾਂ ਉਹਨਾਂ ਦੀਆਂ ਜ਼ਖਮੀ ਕੀਤੀਆਂ ਨੇ, ਕੋਈ ਬੱਚੇ ਮਰੇ ਨੇ ਵਿੱਚ, ਕੋਈ ਵੱਡੇ ਇਹਨਾਂ ਨੇ ਬੰਦੇ ਉਹਨਾਂ ਦੇ ਮਾਰਤੇ। ਤਕਰੀਬਨ ਕਾਫੀ ਸਾਰਾ ਉਹਨਾਂ ਦਾ ਨੁਕਸਾਨ ਕੀਤਾ, ਜਿਹਦੇ ਵਿੱਚ ਫਿਰ ਉਹਨਾਂ ਦੇ ਉੱਤੇ ਪਰਚਾ ਦਰਜ ਹੋਇਆ। ਸਾਲ ਇੱਕ ਕੇਸ ਚੱਲਿਆ। ਕਿੰਨੇ ਬੰਦੇ ਇਸ ਸਰਦਾਰ ਜਿਹੜੇ ਸਨ ਸਿੱਖ ਝੂਰ ਕੋਟਲੀ ਦੇ ਉਹ ਸਜ਼ਾਏ ਮੌਤ ਹੋਏ। ਫਿਰ ਇਹਨਾਂ ਨੇ ਕੁਛ ਉਹਨਾਂ ਨੂੰ ਪੈਸੇ ਦੇ ਕੇ ਤੇ ਉਹਨਾਂ ਨਾਲ ਰਾਜ਼ੀਨਾਮਾ ਜਿਹੜਾ ਨਾ ਉਹ ਕਰ ਲਿਆ। ਤੇ ਫਿਰ ਇਹ ਮਸਲਾ ਜਿਹੜਾ ਨਾ ਖਤਮ ਹੋਇਆ। ਸੁਲ੍ਹਾ ਹੋਣ ਦੇ ਬਾਅਦ ਉਹਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਕੁਛ ਪੈਸੇ ਦਿੱਤੇ। ਇਹੀ ਵਜ੍ਹਾ ਹੈਗੀ ਕਿ ਸਾਡੇ ਜਿਹੜੇ ਇੱਥੋਂ ਮੁਸਲਮਾਨ ਹੈਗੇ ਸਨ, ਇੱਥੋਂ ਨਿਕਲ ਕੇ ਦੂਜੇ ਪਿੰਡਾਂ ਵਿੱਚ ਚਲੇ ਗਏ ਤਾਂ ਕਿ ਲੜਾਈ ਝਗੜੇ ਨਾ ਹੋਣ। ਹਾਂਜੀ, ਉਹ ਜ਼ਾਰੀ ਬਾਤ ਹੁਣ ਤਾਂ ਝੂਰ ਮੁਗਲੀਆਂ ਜਿਹੜਾ ਵੇ ਕਾਲੋਂ ਬਰਾਦਰੀ ਸੀ, ਇਹਨਾਂ ਦੇ ਸੱਕੇ ਸਨ। ਹਾਂਜੀ। ਉਹਨਾਂ ਨੂੰ ਪਹਿਲਾਂ ਹੀ ਮਹਿਸੂਸ ਸੀ ਕਿ ਅਸੀਂ ਇਹਨਾਂ ਦੇ ਵਿੱਚ ਰਵਾਂਗੇ, ਸਾਡਾ ਮਜ਼ਹਬ ਨਹੀਂ ਰਲਦਾ, ਲੜਾਈਆਂ ਹੋਣਗੀਆਂ, ਇਖਤਲਾਫਾਤ ਰਹਿਣਗੇ। ਉਹਦਾ ਕਰਕੇ ਉਹ ਝੂਰ ਕੋਟਲੀ ਤੋਂ ਝੂਰ ਕੋਟਲੀ ਜਿਹੜਾ ਇਕੱਠਾ ਸੀ, ਉਹ ਆਪਣੀ ਆਬਾਦੀ ਜਾ ਕੇ ਤੇ ਉਹਨਾਂ ਝੂਰ ਮੁਗਲੀਆਂ ਵਸਾ ਲਿਆ।
ਹੋਰ ਇਸ ਤੋਂ ਇਲਾਵਾ ਕੋਈ ਵਾਕਿਆ ਹੈ? ਫਿਰ ਮੈਂ ਚਾਹਨਾ ਚਲੋ ਕਲੋਜ਼ਿੰਗ ਵਾਲੇ ਪਾਸੇ ਚੱਲੀਏ, ਕਿਉਂਕਿ ਮੈਂ ਵੇਖਿਆ ਸੀ ਥੋੜੇ ਦਿਨ ਪਹਿਲਾਂ ਨਾ YouTube ਉੱਤੇ ਹਾਂਜੀ ਕੋਈ ਇੰਡੀਆ ਤੋਂ ਸਰਦਾਰ ਵੀ ਇੱਥੇ ਆਏ ਸਨ। ਹਾਂਜੀ ਆਏ ਸਨ ਤੇ ਬਿਲਕੁਲ। ਉਹ ਇੱਥੇ ਵੀਡੀਓ ਵਗੈਰਾ ਨਾ ਬਣਾਈ ਸੀ ਉਹਨਾਂ ਨੇ ਹਾਂਜੀ। ਪਿੰਡ ਦੇ ਵਿੱਚ। ਹਾਂਜੀ। ਹਲੇ ਵੀ ਹੈ ਨੇ ਕਿ ਬਜ਼ੁਰਗ ਪੁਰਾਣੇ ਜਿਹੜੇ ਨੇ ਕਿ ਜਿਹਨਾਂ ਨਾਲ ਸਿੱਖਾਂ ਦੀ ਹੈ ਵੀ ਮੁਹੱਬਤ ਹੈ? ਹਾਂਜੀ ਇੱਥੇ ਬੜੇ ਬਜ਼ੁਰਗ ਨੇ, ਸਾਡੇ ਨਜ਼ੀਰ ਕਾਲੋਂ ਵੇ, ਅੱਛਾ ਲਾਲਾ ਲਤੀਫਾ ਵੇ, ਅੱਛਾ। ਤੇ ਇਸ ਤਰ੍ਹਾਂ ਕਰਕੇ ਹਜੇ ਕਾਫੀ ਸਾਰੇ ਬਜ਼ੁਰਗ ਨੇ ਜਿਨ੍ਹਾਂ ਦੀਆਂ ਸਿੱਖਾਂ ਦੇ ਨਾਲ ਜਿਹੜੇ ਖੇਡਦੇ ਰਹੇ ਨੇ, ਜਿਹੜੇ ਉਹਨਾਂ ਦੇ ਵਿੱਚ ਰਹੇ ਨੇ, ਉਹਨਾਂ ਨੂੰ ਸਾਰਾ ਉਹਨਾਂ ਦਾ ਮਤਲਬ ਇਹ ਵੀ ਅਜੇ ਤੱਕ ਪਤਾ ਹੋਵੇ। ਇਹ ਇੱਕ ਸਿੱਖ ਖਾਨਦਾਨ ਹੈ ਜਿਹੜਾ ਕੈਨੇਡਾ ਤੁਰ ਗਿਆ ਵਾ, ਟੋਰਾਂਟੋ। ਉਹਨਾਂ ਫਰਮਾਇਸ਼ ਕੀਤੀ ਸੀ ਕਿ ਸਾਡਾ ਪਿੰਡ ਦੀ ਵੀ ਨਾ ਤੁਸੀਂ ਪ੍ਰੋਗਰਾਮ ਕਰਕੇ ਨਾ ਤੇ YouTube ਤੇ ਚਾੜੋ। ਅੱਛਾ ਅੱਛਾ। ਕੋਟਲੀ ਦਾ ਉਹਦੇ ਵਾਸਤੇ ਫਿਰ ਕੋਈ ਸਿੱਖ ਆਏ ਸਨ ਇੱਥੇ, ਉਹਨਾਂ ਪੁਰਾਣੇ ਬਜ਼ੁਰਗਾਂ ਦਾ ਆਣ ਕੇ, ਲਾਲੇ ਨਜ਼ੀਰ ਦਾ, ਹਦਾਇਤ ਕਾਲੋਂ ਦਾ, ਲਾਲਾ ਉਹਨੂੰ ਕਹਿੰਦੇ ਨੇ ਲਤੀਫ ਹੈ, ਉਹਨਾਂ ਦਾ ਇੰਟਰਵਿਊ ਉਹਨਾਂ ਨੇ ਕੀਤਾ ਹੋਵੇ। ਤੇ ਬਾਕੀ ਉਹ ਮਕਾਨਾਂ ਸ਼ਕਾਨਾਂ ਦੀਆਂ ਤਸਵੀਰਾਂ ਖਿੱਚ ਕੇ ਮੂਵੀਆਂ ਬਣਾ ਕੇ ਤੇ ਉਹ ਗਏ ਨੇ। ਤੇ ਇਹ ਜੋ ਸਭ ਜਿਹੜੀ ਹਿਸਟਰੀ ਹੈ, ਇਹ ਇਸ ਏਰੀਏ ਦੀ ਹਿਸਟਰੀ ਹੈ। ਆ ਜਿੰਨੇ ਚੱਕ ਝੁਮਰੇ ਤੱਕ ਨੇ ਸਾਰੇ ਪਿੰਡ ਜਿਹੜੇ ਨੇ ਨਾ, ਅੱਗੇ ਵੀ ਅਰਜ਼ ਕੀਤੀ ਹੈ, ਪੁਰਾਣੇ ਨੇ, ਅੰਗਰੇਜ਼ ਦੌਰ ਦੇ ਜਿਹੜੇ ਆਬਾਦ ਹੋਏ ਨੇ। ਉਸ ਤੋਂ ਪਹਿਲਾਂ ਕੋਟ ਨੱਕਾ ਵੀ ਤੁਹਾਡਾ, ਹੰਦੂਆਣਾ ਹੋਵੇ, ਪਿੰਡੀ ਭੱਟੀਆਂ ਵੀ ਤਰੀਖੀ ਸ਼ਹਿਰ ਹੈ, ਦੁੱਲੇ ਭੱਟੀ ਦਾ ਇਹ ਸ਼ਹਿਰ ਹੈ। ਉੱਥੇ ਵੀ ਜਾ ਕੇ ਵੇਖ ਲਓ ਕਿ ਪੁਰਾਣੀ ਇੱਟ ਦੇ ਮਕਾਨ ਅਜੇ ਵੀ ਨੇ। ਤਰੀਖ ਦੱਸਦੀ ਕਿ ਇੱਥੇ ਦੁੱਲਾ ਭੱਟੀ ਹੋਇਆ, ਉਹਦੀ ਕੌਮ ਵੀ ਉੱਥੇ ਆਬਾਦ ਹੈ। ਤੇ ਇਹਦਾ ਕਰਕੇ ਤੇ ਇਹ ਜਿਹੜਾ ਨਾ ਸੰਗਲਾ, ਇਹਦੇ ਨਾਲ ਤਾਂ ਮੈਂ ਇਖਤਲਾਫਾਤ ਕਰਨਾ ਜਿਹੜੇ ਮੇਰੇ ਨਾਲੇਜ ਵਿੱਚ ਗੱਲ ਆਈ ਹੈ। ਸਹੀ, ਠੀਕ ਹੈ। ਤੇ ਮੈਂ ਜਿਹੜੀ ਗੱਲ ਹੈ ਮੈਂ ਬੜੀ ਖਰੋਚ ਕੇ, ਬੜਾ ਮਤਲਬ ਇਹ ਵੀ ਰਿਸਰਚ ਕਰਕੇ ਫਿਰ ਇਹ ਗੱਲ ਕਰਨ ਲਿਆ। ਪਰ ਕੁਛ ਵੀ ਇਹ ਵੀ ਹੋ ਸਕਦਾ ਕਿ ਬੰਦੇ ਮੇਰੀ ਗੱਲ ਤੋਂ ਇਖਤਲਾਫਾਤ ਕਰਨ। ਤੇ ਇਹ ਹਿਸਟਰੀ ਜੇ ਹਾਂ ਆਹ ਹੈ ਕੱਚੇ ਮੜ ਇਹ ਨੇ, ਜਾਂ ਪਹਾੜ ਲੱਖਣ, ਇੱਥੇ ਇੱਕ ਸਾਰੰਗ ਚੌਧਰੀ ਸਾਰੰਗ ਖਾਂ ਭੱਟੀ ਹੁੰਦਾ ਸੀ। ਅੱਗੋਂ ਦਾ ਬੇਟਾ ਨੂਰ ਹੈ, ਅੱਗੋਂ ਦਾ ਬੇਟਾ ਮਜੈਦ ਹੈ, ਮਜ਼ਹਰ ਹੈ। ਯਾਨੀ ਕਿ ਇਹ ਖਾਨਦਾਨ ਦੀ ਵੀ ਹਿਸਟਰੀ ਪੁਰਾਣੀ ਹੈ। ਇਹ ਵੀ ਮੁਗਲ ਦੌਰ ਦੇ ਇੱਥੇ ਨੇ। ਇਹਨਾਂ ਦੀਆਂ ਲੜਾਈਆਂ ਵੀ ਉਹਨਾਂ ਮੁਗਲਾਂ ਦੇ ਨਾਲ ਹੁੰਦੀਆਂ ਰਹੀਆਂ। ਮੁੜ ਕੇ ਗੌਰਮੈਂਟ ਅੰਗਰੇਜ਼ ਦੇ ਵੀ ਇਹ ਮਤਲਬ ਇਹ ਵਿਕੇ ਬਾਗੀ ਰਹੇ ਨੇ। ਯਾਨੀ ਕਿ ਪੁਰਾਣੀ ਜਿਹੜੀ ਹਿਸਟਰੀ ਉਹ ਤੁਹਾਨੂੰ ਦਿਸ ਪੈਂਦੀ ਹੈ। ਜਾਂ ਸਾਬਤ ਸ਼ਾਹ ਦਾ ਦਰਬਾਰ ਹੈ, ਇਹ ਬਾਬੇ ਮਾਲਣ ਸ਼ਾਹ ਦਾ ਦਰਬਾਰ ਹੈ। ਇਹ ਹੁਣ ਪੁਰਾਣੀਆਂ ਚੀਜ਼ਾਂ ਨੇ। ਇਹ ਵੇਖੋ ਨਾ ਕਿ ਹਰ ਬੰਦੇ ਨੂੰ ਵੀ ਪਤਾ ਕਿ ਪੁਰਾਣੀਆਂ ਨੇ। ਤੇ ਜੇ ਹੁਣ ਤੁਸੀਂ 1890 ਦਾ ਕਹੋਗੇ, ਉਹ ਤਾਂ 200 ਸਾਲ ਸੰਗਲਾ ਵੀ ਪੁਰਾਣਾ ਸਾਡਾ, ਬਲਕਿ ਇਲਾਕਾ ਹੀ ਆ ਜਿਹੜਾ 200 ਸਾਲ ਦੇ ਜਿੰਨੇ ਆਬਾਦਗਾਰ ਲੋਕ ਨੇ ਇੱਥੇ ਆਣ ਕੇ ਹੋਏ ਨੇ। ਹਾਂ, ਜਿਹੜੇ ਜੰਗਲੀ ਲੋਕ ਨੇ ਜਿਨ੍ਹਾਂ ਨੂੰ ਅਸੀਂ ਜਟਕੇ ਲੋਕ ਕਹਿੰਦੇ ਹਾਂ, ਉਹ ਜਿਹੜੇ ਨੇ ਉਹ ਇੱਥੇ ਬਹੁਤ ਪੁਰਾਣੇ ਨੇ, ਹਜ਼ਾਰ ਸਾਲ ਉਹ ਪੁਰਾਣੇ ਨੇ। ਉਹ ਤਾਂ ਬੜੇ ਪੁਰਾਣੇ ਲੋਕ ਇੱਥੇ ਰਹਿਣ ਡੇ ਨੇ। ਉਹਨਾਂ ਦੀਆਂ ਹਿਸਟਰੀਆਂ ਵੀ ਨੇ ਪੁਰਾਣੀਆਂ, ਮੌਜ਼ਿਆਂ ਵਿੱਚ ਉਹ ਰਹਿਣ ਡਏ ਨੇ। ਸਹੀ। ਤੇ ਇਹ ਜੀ ਮੇਰਾ ਆਖਰੀ ਸਵਾਲ ਮੈਂ ਜ਼ਿਆਦਾ ਚਾਹਾਂਗਾ, ਕਿਉਂਕਿ ਜਿਵੇਂ ਤੁਹਾਡੇ ਪਿੰਡ ਦੀ ਇੱਕ ਰਵਾਇਤ ਜੋ ਚੱਲਦਾ ਆ ਰਿਹਾ ਸ਼ੁਰੂ ਤੋਂ, ਸਿੱਖ ਵੀ ਰਹੇ ਨੇ ਤੇ ਲੜਾਈ ਮੁਸਲਮਾਨ ਕੋਈ ਲੜਾਈ ਛੜਾਈ ਚੱਲਦੀ ਰਹੀ ਹੈ। ਅਗਰ ਮੌਜੂਦਾ ਦੌਰ ਦੀ ਗੱਲ ਕਰੀਏ, ਇੱਥੇ ਅਹਿਲੇ ਸੁਨਨਤ ਵਲ ਜਮਾਤ ਵੀ, ਅਹਿਲੇ ਹਦੀਸ ਵੀ ਨੇ, ਫਿਰ ਕਾਦੀਆਨੀ ਵੀ ਮੌਜੂਦ ਨੇ, ਕ੍ਰਿਸਚਨ ਵੀ ਮੌਜੂਦ ਨੇ। ਹੁਣ ਤੁਹਾਡੇ ਪਿੰਡ ਦੇ ਹਾਲਾਤ ਕੀ ਨੇ? ਇੱਥੇ ਹੁਣ ਅਮਨ ਹੈ ਜਾਂ ਇੱਥੇ ਹਲਕਾ ਦੀ ਲੜਾਈ? ਨਹੀਂ ਜੀ, ਸਾਡੇ ਪਿੰਡ ਤੇ ਅੱਲਾ ਦੀ ਬੜੀ ਰਹਿਮਤ ਹੈ। ਇੱਥੇ ਕੋਈ ਬੰਦੇ ਕਦੀ ਕੋਈ ਇਸ ਤਰ੍ਹਾਂ ਦਾ ਕੋਈ ਮਜ਼ਹਬੀ ਛੋਟਾ ਮੋਟਾ ਕਿਤੇ ਇੱਕ ਦੋ ਵਾਰ ਵਾਕਿਆ ਹੋਣਾ, ਉਹ ਛੋਟੇ ਮੋਟੇ, ਇਹ ਢਾਈ ਲੈਵਲ ਦੇ ਕੋਈ ਨਹੀਂ। ਇਸ ਮਾਮਲੇ ਦੇ ਉੱਤੇ ਕੋਈ ਅਹਿਮਦੀ ਹੈ, ਕੋਈ ਮੁਸਲਮਾਨ ਹੈ, ਕੋਈ ਅਹਿਲੇ ਸੁन्नत ਹੈ, ਕੋਈ ਕ੍ਰਿਸਚਨ, ਜੋ ਵੀ ਕੋਈ ਹੈ ਵੇ। ਸਾਡੇ ਪਿੰਡ ਦੇ ਲੋਕ ਝੂਠ ਕੋਲੜੀ ਦੇ ਬਹੁਤ ਅੱਛੇ ਨੇ। ਇਹ ਆਪਸ ਵਿੱਚ ਇੱਕ ਦੂਸਰੇ ਨਾਲ ਪਿਆਰ ਮੁਹੱਬਤ ਨਾਲ ਰਹਿੰਦੇ ਨੇ। ਕਦੀ ਵੀ ਇਸ ਤਰ੍ਹਾਂ ਦਾ ਕੋਈ ਵਾਕਿਆ ਜਿਹੜਾ ਨਾ ਉਹ ਨਹੀਂ ਐਡਾ ਕੋਈ ਆਇਆ ਕਿ ਆਪਸ ਵਿੱਚ ਲੜੇ ਹੋਣ ਜਾਂ ਬੰਦੂਕਾਂ ਨਿਕਲੀਆਂ ਹੋਣ ਜਾਂ ਉਹਨਾਂ ਲੜਾਈਆਂ ਕੀਤੀਆਂ ਹੋਣ। ਕਦੀ ਐਸਾ ਵਾਕਿਆ ਨਹੀਂ ਆਇਆ। ਬਹੁਤ ਅੱਛੀ ਗੱਲ ਹੈ ਜੀ। ਠੀਕ ਹੈ, ਬਹੁਤ ਸ਼ੁਕਰੀਆ ਜੀ। ਇਜਾਜ਼ਤ ਦਿਓ ਸਾਨੂੰ। ਬੜਾ ਅੱਛਾ ਲੱਗਿਆ ਤੁਹਾਡੇ ਨਾਲ ਗੁਫ਼ਤਗੂ ਕਰਕੇ। ਕੋਟਲੀ, ਸੰਗਲਾ, ਚੋਰਾਂ ਦੀ ਸਾਰੀ ਹਿਸਟਰੀ ਜਾਣਨ ਦਾ ਮੌਕਾ ਮਿਲਿਆ ਹੈਗਾ ਵੇ। ਉਮੀਦ ਕਰਨਾ ਕਿ ਨਾਜ਼ਰੀਨ ਵਾਸਤੇ ਵੀ ਇੱਕ ਨਈ ਚੀਜ਼ ਹੋਵੇਗੀ। ਤੇ ਜੀ ਇਸ ਗੱਲ ਨਾਲ ਇਜਾਜ਼ਤ ਦਵੋ ਕਿ ਪਿੰਡਾਂ ਦੀ ਤਾਰੀਖ ਹੋਵੇ ਜਾਂ ਖਾਨਦਾਨਾਂ ਦੇ ਵਸਣ ਦੀ ਗੱਲਾਂ ਹੋਣ, ਜ਼ਾਤ ਬਰਾਦਰੀ ਹੋਵੇ, ਸਾਨੂੰ ਆਪਣੀ ਬਰਾਦਰੀ ਤੋਂ ਇਲਾਵਾ ਦੂਸਰੀ ਬਰਾਦਰੀ ਦਾ ਵੀ ਪਤਾ ਹੋਣਾ ਚਾਹੀਦਾ ਹੈਗਾ ਵੇ, ਤਾਂ ਕਿ ਜਦੋਂ ਮੌਕਾ ਮਿਲੇ ਤੁਹਾਡੇ ਕੋਲ ਅਥੈਂਟਿਕ ਜਾਂ ਅੱਛੀ ਗੱਲ ਹੋਵੇ, ਮੁਸਬਤ ਗੱਲ ਹੋਵੇ, ਤੁਹਾਡੇ ਕੋਲ ਸਹੀ ਮਾਲੂਮਾਤ ਹੋਣ ਤਾਂ ਕਿ ਤੁਸੀਂ ਗੱਲ ਕਰ ਸਕੋ। ਪ੍ਰੋਗਰਾਮ ਨੂੰ ਵੇਖਦੇ ਰਹੋ ਤੇ ਦੂਸਰੇ ਤੱਕ ਫੈਲਾਉਂਦੇ ਰਹੋ। ਮਿਲਾਂਗੇ ਤਾਂ ਨਾ ਫਿਰ ਕਿਸੇ ਨਏ ਰੋਜ਼ ਨਏ ਮਹਿਮਾਨ ਦੇ ਨਾਲ, ਨਵੇਂ ਪਿੰਡ ਦੀਆਂ ਨਵੀਆਂ ਗੱਲਾਂ ਦੇ ਨਾਲ। ਤਬ ਤੱਕ ਮੈਨੂੰ ਦਿਓ ਇਜਾਜ਼ਤ। अस्सलाम वालेकुम। पाकिस्तान जिंदाबाद।